सो चलो, सो अपने को चैप्टर आ गया अपना ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। ਠੀਕ ਆ, ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਪਾਂ ਇਹ ਦੇਖਣੀ ਆ ਕਿ ਫਿਜ਼ੀਕਲ ਚੇਂਜ ਕੀ ਹੁੰਦੀ ਹੈ, ਫਿਜ਼ੀਕਲ ਚੇਂਜ ਕੀ ਹੁੰਦੀ ਹੈ ਅਤੇ ਕੈਮੀਕਲ ਚੇਂਜ ਕੀ ਹੁੰਦੀ ਹੈ। ਵੇਖੋ ਇਹਨਾਂ ਦੋਨਾਂ ਦੇ ਵਿੱਚ ਸਿੰਪਲ ਜਿਹਾ ਫਰਕ ਇੱਕ ਹੈ ਕਿ ਜਿਹੜੀ ਕੈਮੀਕਲ ਚੇਂਜ ਹੈ ਨਾ, ਇਹਦੇ ਵਿੱਚ ਕੁਝ ਨਵੀਂ ਚੀਜ਼ ਬਣਦੀ ਹੈ, ਕੋਈ ਇਹਦੇ ਵਿੱਚ ਇੱਕ ਤਾਂ ਕੈਮੀਕਲ ਰਿਐਕਸ਼ਨ ਹੋਊਗੀ। ਠੀਕ ਆ, ਮਤਲਬ ਇਹਦੇ ਵਿੱਚ ਕੋਈ ਨਵੀਂ ਚੀਜ਼ ਬਣੇਗੀ। ਠੀਕ ਹੈ ਨਾ। ਹੁਣ ਜਿਹੜੀ ਫਿਜ਼ੀਕਲ ਚੇਂਜ ਆ, ਤੁਹਾਨੂੰ ਇਗਜ਼ਾਮਪਲ ਆ ਸਕਦੀ ਆ, ਤੁਹਾਨੂੰ ਚੀਜ਼ਾਂ ਮਤਲਬ ਕੁਐਸਚਨ ਦੇ ਵਿੱਚ ਇਹ ਪੁੱਛਿਆ ਜਾ ਸਕਦਾ ਕਿ ਦੱਸੋ ਨੀਚੇ ਜੋ ਆਪਸ਼ਨਸ ਦਿੱਤੀਆਂ ਹੋਈਆਂ ਉਹਨਾਂ ਦੇ ਵਿੱਚੋਂ ਕਿਹੜੀ ਫਿਜ਼ੀਕਲ ਚੇਂਜ ਆ। ਠੀਕ ਹੈ, ਜਿੱਦਾਂ ਮੰਨ ਲਓ ਆਪਸ਼ਨ ਦੇ ਵਿੱਚ ਮੈਲਟਿੰਗ ਆਫ ਵੈਕਸ ਦੇ ਦਿੱਤਾ, ਬੋਇਲਿੰਗ ਆਫ ਵਾਟਰ ਦੇ ਦਿੱਤਾ, ਇੱਦਾਂ ਅਲੱਗ-ਅਲੱਗ ਆਪਸ਼ਨਸ ਦੇ ਦਿੱਤੀਆਂ ਅਤੇ ਪੁੱਛ ਲਿਆ ਕਿ ਕਿਹੜੀ ਫਿਜ਼ੀਕਲ ਚੇਂਜ ਆ। ਠੀਕ ਆ, ਹੁਣ ਵੇਖੋ ਆਪਾਂ ਕੋਲ ਫਿਜ਼ੀਕਲ ਚੇਂਜ ਦੇ ਐਗਜ਼ਾਮਪਲਸ ਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਮੈਲਟਿੰਗ ਆਫ ਵੈਕਸ। ਵੈਕਸ ਹੁੰਦੀ ਨਾ, ਉਹ ਕੈਂਡਲ ਨਹੀਂ ਹੁੰਦੀ ਆਪਣੇ ਕੋਲ, ਇਹ ਕੈਂਡਲ ਜਦੋਂ ਬਰਨ ਕਰਦੀ ਆ ਤਾਂ ਉਹ ਵੈਕਸ ਬਣ ਜਾਂਦੀ ਇੱਥੇ। ਠੀਕ ਹੈ ਨਾ ਉਹਦੀ। ਹੁਣ ਇਹ ਕੀ ਹੈ, ਫਿਜ਼ੀਕਲ ਚੇਂਜ ਕਿਉਂ ਆ? ਕਿਉਂਕਿ ਕੁਝ ਨਵੀਂ ਚੀਜ਼ ਨਹੀਂ ਬਣ ਰਹੀ ਹੈਗੀ। ਕੈਂਡਲ ਕੀ ਸੋਲਿਡ ਹੀ, ਵੈਕਸ ਪਹਿਲਾਂ ਸੋਲਿਡ ਹੀ, ਬਾਅਦ 'ਚੋਂ ਲਿਕੁਇਡ ਬਣ ਗਈ, ਫਿਰ ਉਹਨੇ ਸੋਲਿਡ ਬਣ ਜਾਣਾ। ਠੀਕ ਹੈ ਨਾ, ਵੈਕਸ ਨੇ। ਫਿਰ ਅਗਲੀ ਚੀਜ਼, ਹੁਣ ਡਿਜ਼ੋਲਵਿੰਗ ਆਫ ਸ਼ੂਗਰ ਇਨ ਵਾਟਰ। ਹੁਣ ਸ਼ੂਗਰ ਹੈ, ਮੰਨ ਲਓ ਆ ਪਾਣੀ ਹੈ, ਇਹਦੇ ਵਿੱਚ ਆਪਾਂ ਕੀ ਪਾ ਦਿੱਤੀ, ਸ਼ੂਗਰ। ਠੀਕ ਆ, ਹੁਣ ਇਹ ਪਾਣੀ ਦੇ ਵਿੱਚ ਸ਼ੂਗਰ ਸ਼ੂਗਰ ਹੀ ਰਹੀ ਹੈ। ਫਰਕ ਕੀ ਹੈ ਵਾ ਵੀ ਪਹਿਲਾਂ ਸੋਲਿਡ ਫਾਰਮ 'ਚ ਹੀ, ਫਿਰ ਲਿਕੁਇਡ 'ਚ ਆ ਗਈ ਹੈ, ਪਰ ਰਹੀ ਤਾਂ ਸ਼ੂਗਰ ਦੀ ਸ਼ੂਗਰ ਹੀ ਨਾ। ਸੋ ਇਹਦਾ ਮਤਲਬ ਕੁਝ ਨਵੀਂ ਚੀਜ਼ ਤਾਂ ਨਹੀਂ ਨਾ ਬਣੀ। ਸੋ ਇਹਦਾ ਮਤਲਬ ਇਹ ਵੀ ਕੀ ਹੈ, ਡਿਜ਼ੋਲਵਿੰਗ ਆਫ ਸ਼ੂਗਰ ਇਨ ਵਾਟਰ ਇੱਕ ਫਿਜ਼ੀਕਲ ਚੇਂਜ ਆ। ਅੱਗੇ ਆ ਜੋ ਸਪੌਂਜ ਅਬਜ਼ੋਰਬਿੰਗ ਵਾਟਰ। ਇੱਕ ਸਪੌਂਜ ਨਹੀਂ ਹੁੰਦਾ ਇੱਦਾਂ ਦਾ, ਜਦੋਂ ਉਹਨੂੰ ਆਪਾਂ ਪਾਣੀ ਦੇ ਵਿੱਚ ਪਾਉਂਦੇ ਹਾਂ ਅਤੇ ਉਹ ਕੀ ਆ, ਪਾਣੀ ਸੋਖ ਲੈਂਦਾ, ਉਹਦੇ ਵਿੱਚ ਪਾਣੀ ਆ ਜਾਂਦਾ। ਕੀ ਹੋ ਗਿਆ, ਕੋਈ ਕੈਮੀਕਲ ਰਿਐਕਸ਼ਨ, ਕੋਈ ਨਵੀਂ ਚੀਜ਼ ਥੋੜ੍ਹੀ ਬਣੀ, ਪਾਣੀ ਬਸ ਉਹਦੇ ਵਿੱਚ ਆਇਆ। ਸੋ ਇਹ ਵੀ ਕੀ ਆ, ਫਿਜ਼ੀਕਲ ਚੇਂਜ ਆ। ਠੀਕ ਆ, ਅੱਗੇ ਆ ਜਾਓ। ਅੱਗੇ ਆਪਣੇ ਕੋਲ ਕੀ ਹੈਗਾ, ਚੌਪਿੰਗ ਵੈਜੀਟੇਬਲਸ। ਵੈਜੀਟੇਬਲਸ ਨੂੰ ਕੱਟਣਾ, ਜਦੋਂ ਆਪਾਂ ਵੈਜੀਟੇਬਲਸ ਨੂੰ ਕੱਟ ਰਹੇ ਹੁੰਦੇ ਹਾਂ ਤਾਂ ਉਹਦੇ ਵਿੱਚ ਕੋਈ ਨਵੀਂ ਚੀਜ਼ ਥੋੜ੍ਹੀ ਬਣ ਰਹੀ ਆ, ਜੋ ਵੈਜੀਟੇਬਲ ਹੈ ਸੋ ਰਹਿ ਰਿਹਾ। ਪਾਣੀ ਨੂੰ ਬੋਇਲ ਕਰਨਾ, ਹੁਣ ਜਦੋਂ ਆਪਾਂ ਮੰਨ ਲਓ ਆਪਣੇ ਕੋਲ ਇਹਦੇ ਵਿੱਚ ਕੀ ਆ, ਪਾਣੀ ਆ। ਠੀਕ ਆ, ਇਹਨੂੰ ਆਪਾਂ ਬੋਇਲ ਕਰ ਰਹੇ ਹਾਂ, ਨੀਚੇ ਆਪਾਂ ਹੀਟ ਕਰ ਰਹੇ ਹਾਂ ਅੱਗ ਦੇ ਨਾਲ। ਠੀਕ ਆ, ਹੁਣ ਕੀ ਹੋ ਰਿਹਾ ਇੱਥੇ, ਕੀ ਪਾਣੀ ਵਾਟਰ ਫਾਰਮ 'ਚ ਹੀ, ਲਿਕੁਇਡ ਫਾਰਮ 'ਚ ਹੀ। ਜਦੋਂ ਇੱਥੋਂ ਬੋਇਲ ਹੋ ਕੇ ਇਹਦੇ ਵੇਪਰ ਬਣਨ ਲੱਗ ਗਏ, ਇੱਥੇ ਜਿਹੜਾ ਵਾਟਰ ਰਿਹਾ ਵਾਟਰ ਦਾ ਵਾਟਰ ਹੀ, ਬਟ ਕੀ ਬਣ ਗਿਆ, ਉਹਦੇ ਵੇਪਰ ਫਾਰਮ 'ਚ ਆ ਗਿਆ, ਗੈਸ ਫਾਰਮ 'ਚ ਆ ਗਿਆ। ਤਾਂ ਇਹ ਹੋਇਆ ਕਿ ਇਹਦੇ ਵਿੱਚ ਹੋਇਆ ਕੀ ਆ, ਇਹਦੇ ਵਿੱਚ ਕੀ ਆ, ਲਿਕੁਇਡ ਅਤੇ ਜਿਹੜਾ ਮਤਲਬ ਰਿਹਾ ਤਾਂ ਵਾਟਰ ਹੀ ਨਾ। ਠੀਕ ਹੈ ਨਾ, ਕੁਝ ਬਦਲਿਆ ਤਾਂ ਨਹੀਂ ਨਾ, ਵਾਟਰ ਦਾ ਵਾਟਰ ਹੀ ਰਿਹਾ। ਠੀਕ ਹੈ ਨਾ, ਬਸ ਫਰਕ ਹੀ ਇੱਥੇ ਲਿਕੁਇਡ ਫਾਰਮ, ਇੱਥੇ ਵੇਪਰ ਫਾਰਮ 'ਚ ਬਣ ਗਿਆ। ਸੋ ਬੋਇਲਿੰਗ ਵੀ ਕੀ ਆ, ਇੱਕ ਤਰ੍ਹਾਂ ਦੀ ਫਿਜ਼ੀਕਲ ਚੇਂਜ ਆ। ਮੈਲਟਿੰਗ ਵੀ ਕੀ ਆ, ਇੱਕ ਤਰ੍ਹਾਂ ਦੀ ਫਿਜ਼ੀਕਲ ਚੇਂਜ ਆ। ਠੀਕ ਹੈ ਨਾ। ਸੋ ਫਿਜ਼ੀਕਲ ਚੇਂਜ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਬਣਨੀ। ਠੀਕ ਆ, ਕੈਮੀਕਲ ਚੇਂਜ ਦੇ ਵਿੱਚ ਕੋਈ ਨਵੀਂ ਚੀਜ਼ ਬਣੇਗੀ। ਇਗਜ਼ਾਮਪਲ, ਫਰਮੈਂਟੇਸ਼ਨ ਆਫ ਗ੍ਰੇਪਸ। ਫਰਮੈਂਟੇਸ਼ਨ ਆਫ ਗ੍ਰੇਪਸ ਦੇ ਵਿੱਚ ਫਰਮੈਂਟੇਸ਼ਨ ਦਾ ਮਤਲਬ ਕੀ ਹੁੰਦਾ ਵਾ ਕਿ ਇਹਦੇ ਵਿੱਚ ਕੀ ਹੁੰਦੀ ਆ, ਰੈਸਪੀਰੇਸ਼ਨ ਜਿਹੜੀ ਹੁੰਦੀ ਹੈ ਨਾ, ਜਿਹੜੀ ਰੈਸਪੀਰੇਸ਼ਨ ਹੁੰਦੀ ਆ ਆਪਣੇ ਕੋਲ। ਠੀਕ ਹੈ ਨਾ, ਇਹ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਹੁੰਦੀ ਆ ਐਰੋਬਿਕ, ਇੱਕ ਹੁੰਦੀ ਆ ਐਨਾਰੋਬਿਕ। ਐਰੋਬਿਕ ਦੇ ਵਿੱਚ ਆਕਸੀਜਨ ਦੀ ਪ੍ਰੈਜੈਂਸ 'ਚ ਹੁੰਦੀ ਹੈ ਅਤੇ ਐਨਾਰੋਬਿਕ ਆਕਸੀਜਨ ਦੀ ਐਬਸੈਂਸ ਦੇ ਵਿੱਚ ਹੁੰਦੀ ਹੈ। ਠੀਕ ਆ, ਹੁਣ ਜਿਹੜੀ ਐਨਾਰੋਬਿਕ ਰੈਸਪੀਰੇਸ਼ਨ ਆ ਨਾ, ਉਹਦਾ ਇੱਕ ਹੋਰ ਨਾਮ ਆ ਫਰਮੈਂਟੇਸ਼ਨ। ਠੀਕ ਆ, ਹੁਣ ਜਦੋਂ ਆਪਾਂ ਗ੍ਰੇਪਸ ਦੀ ਫਰਮੈਂਟੇਸ਼ਨ ਕਰਦੇ ਹਾਂ, ਕੀ ਹੁੰਦਾ ਕਿ ਪਹਿਲਾਂ ਆਪਣੇ ਕੋਲ ਹੁੰਦਾ ਵਾ C6H12O6, ਇਹ ਤੋਂ ਕੀ ਬਣਦਾ ਅੱਗੇ, ਅਲਕੋਹਲ। ਮਤਲਬ ਇੱਕ ਨਵੀਂ ਚੀਜ਼ ਬਣ ਰਹੀ ਆ। ਸੋ ਇਹਦਾ ਮਤਲਬ ਫਰਮੈਂਟੇਸ਼ਨ ਆਫ ਗ੍ਰੇਪਸ ਕੀ ਹੈ, ਇੱਕ ਕੈਮੀਕਲ ਚੇਂਜ ਆ। ਡਾਈਜੈਸ਼ਨ ਆਫ ਫੂਡ, ਜਿਹੜਾ ਆਪਾਂ ਫੂਡ ਖਾਂਦੇ ਹਾਂ ਅਤੇ ਉਹਦਾ ਪਚਣਾ ਆ, ਉਹ ਵੀ ਕੀ ਹੈ, ਇੱਕ ਕੈਮੀਕਲ ਚੇਂਜ ਆ। ਕਿਉਂ? ਕਿਉਂਕਿ ਵੇਖੋ ਫੂਡ ਦੇ ਵਿੱਚ ਕੀ ਹੁੰਦਾ ਵਾ, ਸਟਾਰਚ ਹੁੰਦਾ। ਸਾਡੀ ਬੋਡੀ ਦੇ ਵਿੱਚ ਸਟਾਰਚ ਕੀ ਹੋ ਜਾਂਦਾ, ਬਾਅਦ 'ਚ ਗਲੂਕੋਜ਼ ਦੇ ਵਿੱਚ ਕਨਵਰਟ ਹੋ ਜਾਂਦਾ। ਸੋ ਇੱਕ ਨਵੀਂ ਚੀਜ਼ ਬਣ ਰਹੀ, ਸਟਾਰਚ ਤੋਂ ਗਲੂਕੋਜ਼ ਬਣ ਰਿਹਾ। ਸੋ ਇਹ ਵੀ ਕੀ ਹੈ, ਇੱਕ ਕੈਮੀਕਲ ਚੇਂਜ ਆ। ਤੁਹਾਨੂੰ ਇਹ ਯਾਦ ਰੱਖਣੀਆਂ ਪੈਣੀਆਂ ਕਿ ਹਾਂ ਵੀ ਆਹ ਕੈਮੀਕਲ ਚੇਂਜ ਆ, ਫਿਜ਼ੀਕਲ ਚੇਂਜ ਆ। ਡਿਸਾਈਡ ਕਰਨ ਦੇ ਲਈ ਕਿ ਕਿਹੜੀ ਫਿਜ਼ੀਕਲ ਆ, ਕਿਹੜੀ ਕੈਮੀਕਲ ਚੇਂਜ ਆ, ਉਹਦੇ ਲਈ ਸਿੰਪਲ ਇੰਨਾ ਹੀ ਕੰਮ ਹੁੰਦਾ ਆ ਕਿ ਆਪਾਂ ਕੀ ਕਰਨਾ ਹੁੰਦਾ ਆ ਕਿ ਇਹ ਦੇਖਣਾ ਕਿ ਨਵੀਂ ਚੀਜ਼ ਕਿਹਦੇ ਵਿੱਚ ਬਣ ਰਹੀ। ਜਿਹਦੇ ਵਿੱਚ ਨਵੀਂ ਚੀਜ਼ ਬਣ ਰਹੀ ਉਹ ਕੈਮੀਕਲ ਚੇਂਜ ਆ, ਜਿਹਦੇ ਵਿੱਚ ਜੋ ਹੈ ਉਹੀ ਰਹਿ ਰਿਹਾ ਵਾ, ਬਸ ਲਿਕੁਇਡ ਤੋਂ ਸੋਲਿਡ ਬਣ ਰਿਹਾ ਜਾਂ ਸੋਲਿਡ ਤੋਂ ਲਿਕੁਇਡ ਬਣ ਰਿਹਾ। ਜਦੋਂ ਇਹੋ ਜਿਹਾ ਕੁਝ ਹੋਵੇ ਉਹ ਫਿਜ਼ੀਕਲ ਚੇਂਜ ਹੁੰਦੀ ਹੈ। ਠੀਕ ਹੈ, ਅੱਗੇ ਆਪਣੇ ਕੋਲ ਕੀ ਆ ਗਿਆ, ਰੈਸਪੀਰੇਸ਼ਨ ਵੀ ਕੀ ਆ, ਜਿਹਦੇ ਕਰਕੇ ਆਪਾਂ ਐਨਰਜੀ ਆਪਣੇ ਬੋਡੀ ਨੂੰ ਮਿਲ ਰਹੀ ਆ। ਆਕਸੀਜਨ ਦੀ ਪ੍ਰੈਜੈਂਸ ਦੇ ਵਿੱਚ ਕੀ ਬਣਦੀ ਪਈ ਆ, ATP ਬਣਦੀ ਪਈ, ਇੱਕ ਨਵੀਂ ਚੀਜ਼ ਬਣਦੀ ਪਈ ਆ, ਇੱਕ ਕਾਰਬਨ ਡਾਈਆਕਸਾਈਡ ਨਿਕਲਦੀ ਆ, ਨਵੀਆਂ ਚੀਜ਼ਾਂ ਬਣ ਰਹੀਆਂ। ਠੀਕ ਹੈ ਨਾ। ਸੋ ਇਹਦਾ ਮਤਲਬ ਕੀ ਹੋ ਗਿਆ, ਇਹ ਵੀ ਕੈਮੀਕਲ ਚੇਂਜ ਹੋ ਗਈ ਰੈਸਪੀਰੇਸ਼ਨ। ਫੋਟੋਸਿੰਥਸਿਸ ਵੀ ਕੀ ਆ, ਇੱਕ ਕੈਮੀਕਲ ਚੇਂਜ ਆ। ਕਿਉਂ ਕੈਮੀਕਲ ਚੇਂਜ ਆ ਫੋਟੋਸਿੰਥਸਿਸ? ਕਿਉਂਕਿ ਇਹਦੇ ਵਿੱਚ ਕੀ ਹੁੰਦਾ ਪਿਆ ਵਾ, ਫੋਟੋਸਿੰਥਸਿਸ ਦੇ ਵਿੱਚ ਆਪਣੇ ਕੋਲ CO2 ਪਲੱਸ ਵਾਟਰ, ਇਹ ਮਿਲ ਕੇ ਕੀ ਬਣਾਉਂਦੇ ਪਏ ਆ, ਫੂਡ। ਸੋ ਕੁਝ ਨਵੀਂ ਚੀਜ਼ ਇਹਨਾਂ ਤੋਂ ਮਿਲ ਕੇ ਕੀ ਫੂਡ ਕੀ ਹੁੰਦਾ ਵਾ, C6H12O6। ਸੋ ਇੱਕ ਨਵੀਂ ਚੀਜ਼ ਬਣ ਰਹੀ ਆ। ਸੋ ਇਹ ਵੀ ਕੀ ਹੋ ਗਈ, ਇੱਕ ਜਿਹੜੀ ਫੋਟੋਸਿੰਥਸਿਸ ਆ, ਇਹ ਵੀ ਕੀ ਹੋ ਗਈ, ਕੈਮੀਕਲ ਚੇਂਜ ਹੋ ਗਈ। ਬਰਨਿੰਗ ਆਫ ਪੇਪਰ, ਜਦੋਂ ਆਪਾਂ ਪੇਪਰ ਆ ਇਹਨੂੰ ਆਪਾਂ ਅੱਗ ਲਾਉਂਦੇ ਹਾਂ ਨੀਚਿਓਂ, ਤਾਂ ਕੀ ਬਣਦਾ ਆਪਣੇ ਕੋਲ, ਇੱਕ ਗੈਸ ਨਿਕਲਦੀ CO2, ਇੱਕ ਲਾਈਟ ਐਨਰਜੀ ਹੁੰਦੀ ਆ, ਲਾਈਟ ਵੀ ਆਪਾਂ ਨੂੰ ਦਿਸਦੀ ਆ, ਇੱਕ ਹੀਟ ਐਨਰਜੀ, ਇੱਦਾਂ ਦੀ ਮਤਲਬ ਇੱਕ ਨਵੀਂ ਚੀਜ਼ ਬਣੀ।
पेपर ਨੂੰ ਬਰਨ ਕੀਤਾ, ਇੱਕ ਨਵੀਂ ਚੀਜ਼ ਬਣੀ। ਸੋ ਇਹਦਾ ਮਤਲਬ ਇਹ ਵੀ ਕੀ ਹੋ ਗਿਆ, ਇੱਕ ਬਰਨਿੰਗ ਆਫ ਪੇਪਰ ਵੀ ਕੀ ਹੋ ਗਈ, ਕੈਮੀਕਲ ਚੇਂਜ ਹੋ ਗਈ। ਰਾਈਪਨਿੰਗ ਆਫ ਫਰੂਟ ਦਾ ਪੱਕਣਾ ਵੀ ਇੱਕ ਕੀ ਆ, ਕੈਮੀਕਲ ਚੇਂਜ ਆ, ਠੀਕ ਆ। ਹੁਣ ਕੈਮੀਕਲ ਰਿਐਕਸ਼ਨ ਤੁਹਾਨੂੰ ਕੁਐਸਚਨ ਇਹ ਆ ਸਕਦਾ ਕਿ ਇਹਦਾ ਨੀਚੇ ਫੈਕਟਰਸ ਦਿੱਤੇ ਹੋਣਗੇ, ਤੁਹਾਨੂੰ ਇਹ ਡਿਸਾਈਡ ਕਰਨਾ ਆ ਸਕਦਾ ਕਿ ਇਹਨਾਂ ਦੇ ਵਿੱਚੋਂ ਦੱਸੋ ਵੀ ਕਿਹੜੀ ਚੀਜ਼ ਜਿਹੜੀ ਆ ਉਹ ਕੈਮੀਕਲ ਰਿਐਕਸ਼ਨ ਹੋ ਰਹੀ ਆ ਉਹ ਦੱਸਦੀ ਆ, ਠੀਕ ਆ। ਜਦੋਂ ਤੇ ਕੋਈ ਗੈਸ ਲਿਬਰੇਟ ਹੋਵੇ, ਮੰਨ ਲਓ ਕੋਈ ਆਪਾਂ ਰਿਐਕਸ਼ਨ ਕਰ ਰਹੇ ਹਾਂ, ਇਹਦੇ ਵਿੱਚੋਂ ਇਹਦਾ ਗੈਸ ਨਿਕਲ ਰਹੀ ਹੈ, ਠੀਕ ਆ, ਉਦੋਂ ਕੀ ਹੁੰਦੀ, ਮਤਲਬ ਕੈਮੀਕਲ ਰਿਐਕਸ਼ਨ ਹੁੰਦੀ। ਕਲਰ ਚੇਂਜ ਹੋ ਜੇ, ਮੰਨ ਲਓ ਪਹਿਲਾਂ ਯੈਲੋ ਕਲਰ ਸੀ, ਫਿਰ ਉਹਦੇ ਵਿੱਚ ਕੀ ਹੋ ਗਿਆ ਵੀ ਉਹਦਾ ਗ੍ਰੀਨ ਕਲਰ ਹੋ ਜੇ, ਜਿਸ ਸੋਲਿਊਸ਼ਨ ਦਾ ਮਤਲਬ ਮੰਨ ਲਓ ਇੱਕ ਆਪਾਂ ਬੀਕਰ ਆ, ਬੀਕਰ ਦੇ ਵਿੱਚ ਆਪਾਂ ਕੁਝ ਲਿਕੁਇਡ ਲਿਆ ਆ, ਕੋਈ ਮਤਲਬ ਐਸਿਡ ਲਿਆ, ਕੋਈ ਕੈਮੀਕਲ ਲਿਆ, ਫਿਰ ਕੁਝ ਹੋਰ ਕੈਮੀਕਲ ਪਾਇਆ, ਜਦੋਂ ਹੋਰ ਨਵਾਂ ਕੈਮੀਕਲ ਪਾਇਆ ਤਾਂ ਇਹਦਾ ਕਲਰ ਗ੍ਰੀਨ ਤੋਂ ਕੀ ਹੋ ਜਾਏ, ਯੈਲੋ ਹੋ ਜੇ। ਸੋ ਕਲਰ ਚੇਂਜ ਹੋ ਗਿਆ, ਇਹਦਾ ਮਤਲਬ ਕੈਮੀਕਲ ਰਿਐਕਸ਼ਨ ਹੋ ਗਈ, ਠੀਕ ਹੈ ਨਾ। ਜਦੋਂ ਮੰਨ ਲਓ ਇਸੇ ਹੀ ਬੀਕਰ ਦੇ ਵਿੱਚੋਂ ਗੈਸ ਨਿਕਲਣ ਦੀ ਹੁੰਦੀ ਤਾਂ ਕੈਮੀਕਲ ਰਿਐਕਸ਼ਨ ਹੋਣੀ ਸੀ। ਟੈਂਪਰੇਚਰ ਬਦਲ ਜੇ, ਮੰਨ ਲਓ ਪਹਿਲਾਂ ਇਹ ਜਿਹੜਾ ਬੀਕਰ ਸੀ ਇਹਦੇ ਆਲੇ ਦੁਆਲੇ ਜਦੋਂ ਆਪਾਂ ਦੇਖਿਆ, ਉਹ ਪ੍ਰਵੀਨ ਆ ਤੂੰ ਕਿਉਂ ਉੱਪਰ ਲਿਖ ਰਿਹਾ ਹੋਏ, ਡਿਸਟਰਬ ਨਾ ਕਰੋ, ਠੀਕ ਹੈ ਨਾ, ਕਿਉਂਕਿ ਇੱਦਾਂ ਫਿਰ ਉਹ ਸਾਰਾ ਟੁੱਟ ਜਾਂਦੀ ਕੰਸਨਟ੍ਰੇਸ਼ਨ। ਹੁਣ ਇਹਦੇ ਵਿੱਚ ਬੀਕਰ ਆ, ਬੀਕਰ ਦੇ ਵਿੱਚ ਕੀ ਹੋ ਗਿਆ, ਕੈਮੀਕਲਸ ਪਾਏ, ਆਪਾਂ ਕੈਮੀਕਲਸ ਪਾਏ, ਰਿਐਕਸ਼ਨ ਚੱਲਦੀ ਪਈ ਆ, ਠੀਕ ਆ। ਹੁਣ ਮੰਨ ਲਓ ਇੱਕ ਹੋਰ ਕੈਮੀਕਲ ਪਾਇਆ ਅਤੇ ਪਹਿਲਾਂ ਟੈਂਪਰੇਚਰ 25 ਸੀਗਾ, ਬਾਅਦ 'ਚ ਕੀ ਹੋ ਗਿਆ, ਮੰਨ ਲਓ 10 ਡਿਗਰੀ ਸੈਲਸੀਅਸ ਹੋ ਗਿਆ। ਮੰਨ ਲਓ ਵੀ ਇਹ ਬੀਕਰ ਦਾ ਆਲਾ ਦੁਆਲਾ ਠੰਡਾ ਹੋ ਗਿਆ ਉਹ ਕੈਮੀਕਲ ਪਾਉਣ ਦੇ ਨਾਲ, ਮਤਲਬ ਟੈਂਪਰੇਚਰ ਬਦਲ ਗਿਆ, ਗਰਮ ਨਹੀਂ ਹੋ ਸਕਦਾ ਇਹ ਬੀਕਰ ਜਦੋਂ ਨਹੀਂ ਠੰਡਾ। ਸੋ ਇਹਦਾ ਮਤਲਬ ਇਹ ਵੀ ਕੀ ਹੋ ਗਈ, ਕੈਮੀਕਲ ਜਦੋਂ ਟੈਂਪਰੇਚਰ ਬਦਲ ਜੇ, ਜੋ ਵੀ ਕੈਮੀਕਲ ਚੇਂਜ, ਕੈਮੀਕਲ ਰਿਐਕਸ਼ਨ ਹੋ ਰਹੀ ਹੁੰਦੀ ਆ। ਚੇਂਜ ਇਨ ਸਮੈਲ, ਮੰਨ ਲਓ ਇੱਕ ਇਹਦੇ ਵਿੱਚ ਕੀ ਕੈਮੀਕਲ ਸੀ ਬੀਕਰ ਦੇ ਵਿੱਚ, ਆਪਾਂ ਨਵਾਂ ਕੈਮੀਕਲ ਪਾਇਆ ਅਤੇ ਜਿਹੜੀ ਸਮੈਲ ਆਉਣ ਲੱਗੀ, ਬੜੀ ਕੋਈ ਮਤਲਬ ਬੁਰੀ ਜਿਹੀ ਸਮੈਲ ਆਉਣ ਲੱਗੀ ਸੀ, ਉਹਦਾ ਮਤਲਬ ਕੈਮੀਕਲ ਰਿਐਕਸ਼ਨ ਹੁੰਦੀ ਹੈ। ਫਾਰਮੇਸ਼ਨ ਆਫ ਪ੍ਰੈਸੀਪੀਟੇਟ ਦਾ ਮਤਲਬ ਕੀ ਹੁੰਦਾ ਵਾ ਕਿ ਵੇਖੋ ਇੱਕ ਸੋਲਿਡ ਜਿਹੀ ਚੀਜ਼ ਹੁੰਦੀ ਹੈ, ਸਿੰਪਲ ਤੁਸੀਂ ਇਹ ਰੱਖੋਗੇ, ਇੱਕ ਵਾਈਟ ਕਲਰ ਦੀ ਸੋਲਿਡ ਜਿਹੀ ਚੀਜ਼, ਵਾਈਟ ਕਲਰ ਇੱਕ ਸੋਲਿਡ ਜਿਹੀ ਚੀਜ਼ ਹੁੰਦੀ ਹੈ, ਠੀਕ ਹੈ, ਪ੍ਰੈਸੀਪੀਟੇਟ। ਅਤੇ ਕੀ ਹੁੰਦਾ ਆ, ਇਹ ਮੰਨ ਲਓ ਬੀਕਰ ਆ, ਬੀਕਰ ਦੇ ਵਿੱਚ ਇੱਕ ਕੈਮੀਕਲ ਪਾਇਆ ਸੀ, ਫਿਰ ਇੱਕ ਆਪਾਂ ਕੀ ਪਾਇਆ, ਇੱਕ ਨਵਾਂ ਕੈਮੀਕਲ ਇਹਦੇ ਵਿੱਚ ਪਾ ਦਿੱਤਾ, ਠੀਕ ਹੈ। ਜਦੋਂ ਇਹ ਨਵਾਂ ਕੈਮੀਕਲ ਪਾਇਆ ਤਾਂ ਇੱਥੇ ਵਾਈਟ ਕਲਰ ਦਾ ਨਾ, ਇੱਥੇ ਹੁਣ ਮੈਂ ਵਾਈਟ ਕਲਰ ਤਾਂ ਮੇਰੇ ਕੋਲ ਹੈ ਨਹੀਂ, ਬਲਿਊ ਦੇ ਨਾਲ ਮੈਂ ਬਣਾ ਦੇਣਾ, ਇੱਦਾਂ ਨਿਗਾਹ ਜਿਹਾ ਇੱਥੇ ਕੀ ਬਣ ਗਿਆ, ਇੱਕ ਵਾਈਟ ਕਲਰ ਦੀ ਸੋਲਿਡ ਜੀ ਪੀਪੀਟੀ ਬਣ ਗਿਆ, ਪ੍ਰੈਸੀਪੀਟੇਟ ਬਣ ਗਿਆ। ਤਾਂ ਉਦੋਂ ਵੀ ਕੀ ਹੋ ਜਾਊਗਾ, ਆਪਾਂ ਨੂੰ ਪਤਾ ਲੱਗ ਜਾਊਗਾ ਕਿ ਕੈਮੀਕਲ ਰਿਐਕਸ਼ਨ ਹੋ ਗਈ ਹੈ, ਠੀਕ ਹੈ। ਗੈਸ ਨਿਕਲੇ ਤਾਂ ਵੀ ਕੈਮੀਕਲ ਰਿਐਕਸ਼ਨ, ਕਲਰ ਬਦਲ ਜੇ ਤਾਂ ਵੀ ਕੈਮੀਕਲ ਰਿਐਕਸ਼ਨ ਸੋਲਿਊਸ਼ਨ ਦਾ, ਟੈਂਪਰੇਚਰ ਬਦਲ ਜੇ ਤਾਂ ਵੀ ਕੈਮੀਕਲ ਰਿਐਕਸ਼ਨ, ਸਮੈਲ ਬਦਲ ਜੇ ਤਾਂ ਵੀ ਕੈਮੀਕਲ ਰਿਐਕਸ਼ਨ, ਪ੍ਰੈਸੀਪੀਟੇਟ ਬਣ ਜਾਏ ਤਾਂ ਵੀ ਕੈਮੀਕਲ ਰਿਐਕਸ਼ਨ, ਠੀਕ ਹੈ। ਸੋ ਚਲੋ ਅਗਲੇ ਪੇਜ 'ਤੇ। ਕੈਮੀਕਲ ਰਿਐਕਸ਼ਨ ਹੁੰਦੀ ਕੀ ਹੈ, ਕੈਮੀਕਲ ਰਿਐਕਸ਼ਨ ਦਾ ਆਸਾਨ ਭਾਸ਼ਾ ਦੇ ਵਿੱਚ, ਤੁਹਾਨੂੰ ਇਹ ਪੇਪਰ 'ਚ ਨਹੀਂ ਪੁੱਛਣਾ ਕਿਸੇ ਨੇ ਕੈਮੀਕਲ ਰਿਐਕਸ਼ਨ ਕੀ ਹੁੰਦੀ, ਨੋਰਮਲ ਦੱਸ ਰਿਹਾ। ਇਹਦੇ ਵਿੱਚ ਕੀ ਹੁੰਦਾ ਕਿ ਕੈਮੀਕਲਸ ਆਪਸ 'ਚ ਇੰਟਰੈਕਟ ਕਰਕੇ ਕੁਝ ਨਵੇਂ ਕੈਮੀਕਲਸ ਬਣਾਉਂਦੇ ਆ, ਠੀਕ ਹੈ ਨਾ। ਜਿੱਦਾਂ ਹੁਣ ਆਹ ਐਗਜ਼ਾਮਪਲ ਆਪਾਂ ਲਈ, ਦੋ ਕੈਮੀਕਲਸ ਰਲੇ ਕਿ ਇੰਟਰੈਕਟ ਕੀਤੇ, ਇੱਕ ਹਾਈਡਰੋਜਨ ਇੱਕ ਆਕਸੀਜਨ ਨੇ, ਇੱਕ ਨਵਾਂ ਕੈਮੀਕਲ ਬਣਾਤਾ ਵਾਟਰ, ਠੀਕ ਹੈ। ਠੀਕ ਹੈ ਨਾ। ਇੱਕ ਚੀਜ਼ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ ਆ ਕਿ ਜਿਹੜਾ ਇੱਧਰਲੀ ਸਾਈਡ ਹੁੰਦਾ ਨਾ ਆਪਣੇ ਕੋਲ, ਆਹ ਜਿਹੜਾ ਐਰੋ ਬਣਿਆ ਆ, ਆਹ ਐਰੋ, ਇਹਦੀ ਜਿਹੜੀ ਆ ਲੈਫਟ ਸਾਈਡ, ਆਹ ਕੀ ਹੈ ਰਾਈਟ ਸਾਈਡ। ਜਿਹੜੇ ਲੈਫਟ ਸਾਈਡ 'ਤੇ ਹੁੰਦੇ ਉਹਨਾਂ ਨੂੰ ਕੀ ਕਿਹਾ ਜਾਂਦਾ, ਰਿਐਕਟੈਂਟ, ਜਿਹੜੇ ਰਾਈਟ ਸਾਈਡ 'ਤੇ ਇਹਨਾਂ ਨੂੰ ਕੀ ਕਿਹਾ ਜਾਂਦਾ, ਪ੍ਰੋਡਕਟ, ਠੀਕ ਹੈ ਨਾ। ਸੋ ਇਹ ਗੱਲ ਜਿਹੜੀ ਹੈ ਨਾ ਆਪਣੇ ਦਿਮਾਗ 'ਚ ਰੱਖਣੀ ਹੈ। ਜਦੋਂ ਮੈਂ ਰਿਐਕਸ਼ਨ, ਕੈਮੀਕਲ ਰਿਐਕਸ਼ਨ ਕਹਾਂ ਨਾ, ਤੁਹਾਡੇ ਆਹ ਚੀਜ਼ ਦਿਮਾਗ 'ਚ ਆ ਜਾਣੀ ਚਾਹੀਦੀ ਵੀ ਇੱਦਾਂ ਦਾ ਕੁਝ ਹੋ ਰਿਹਾ ਹੈ, C+D, ਠੀਕ ਹੈ, ਮਤਲਬ ਇੱਦਾਂ ਦਾ ਕੁਝ ਹੋ ਰਿਹਾ, ਇੱਥੇ ਲਿਖ ਲਓ C+D, ਇੱਦਾਂ ਦਾ ਕੁਝ ਹੋ ਰਿਹਾ। ਜਦੋਂ ਮੈਂ ਕੈਮੀਕਲ ਰਿਐਕਸ਼ਨ ਨਾਮ ਲਵਾਂ ਨਾ, ਤੁਹਾਡੇ ਦਿਮਾਗ 'ਚ ਆਹ ਚੀਜ਼ ਆ ਜਾਣੀ ਚਾਹੀਦੀ ਵੀ ਇੱਦਾਂ ਦਾ ਕੁਝ ਹੋ ਰਿਹਾ ਹੈ, ਠੀਕ ਹੈ ਨਾ। ਕੈਮੀਕਲ ਰਿਐਕਸ਼ਨ ਮਤਲਬ ਆਹ ਚੀਜ਼ ਤੁਸੀਂ ਆਪਣੇ ਦਿਮਾਗ 'ਚ ਰੱਖੋ ਥੋੜ੍ਹਾ ਜਿਹਾ, ਠੀਕ ਹੈ। ਮਤਲਬ ਆਪਾਂ ਪੜ੍ਹਨ ਦੇ ਲਈ, ਸਮਝਣ ਦੇ ਲਈ ਚੀਜ਼ਾਂ ਨੂੰ ਇਸ ਤਰੀਕੇ ਨਾਲ ਆਪਾਂ ਚੱਲਦੇ ਹਾਂ, ਠੀਕ ਹੈ। ਕੈਮੀਕਲ ਰਿਐਕਸ਼ਨ ਕਹਾਂ ਇੱਦਾਂ ਦਾ ਕੋਈ ਤੁਹਾਡੇ ਦਿਮਾਗ 'ਚ ਆ ਜਾਏ ਵੀ ਹਾਂ ਵੀ ਇੱਦਾਂ ਦੋ ਹੈ, ਇੱਧਰ ਪਲੱਸ ਹੋਣ ਡਿਆ ਨਾ, ਇੱਧਰ ਐਰੋ ਬਣਿਆ ਨਾ, ਇੱਧਰ ਪਲੱਸ ਹੋਣ ਡਿਆ ਨਾ, ਇੱਧਰਲੀ ਸਾਈਡ ਵਾਲੇ ਰਿਐਕਟੈਂਟ ਹੈ, ਇੱਧਰਲੀ ਸਾਈਡ ਵਾਲੇ ਪ੍ਰੋਡਕਟ ਹੈ, ਠੀਕ ਹੈ। ਸੋ ਅੱਗੇ ਆਪਣੇ ਕੋਲ ਚੀਜ਼ ਆ ਗਈ ਕੈਟਾਲਿਸਟ। ਕੈਟਾਲਿਸਟ ਕੀ ਹੁੰਦਾ ਹੈ, ਵੇਖੋ ਕੈਟਾਲਿਸਟ ਕੀ ਹੁੰਦਾ ਹੈ, ਮੰਨ ਲਓ ਆਪਣੇ ਕੋਲ ਆਹੀ ਰਿਐਕਸ਼ਨ ਲੈ ਲੈਂਦੇ ਆਪਾਂ, ਹਾਈਡਰੋਜਨ ਪਲੱਸ ਆਕਸੀਜਨ ਐਡ ਕੀਤੀ ਅਤੇ ਵਾਟਰ ਬਣ ਗਿਆ, ਠੀਕ ਹੈ। ਮੈਂ ਕਈ ਇਹਦੀ ਨੀਚੇ ਲਿਖ ਦਿੰਦਾ ਕਿਉਂਕਿ ਮੇਰੇ ਕੋਲ ਜਗ੍ਹਾ ਥੋੜ੍ਹੀ ਹੁੰਦੀ ਹੈ, ਠੀਕ ਹੈ। ਹਾਈਡਰੋਜਨ ਪਲੱਸ ਆਕਸੀਜਨ ਵਾਟਰ, ਮੰਨ ਲਓ ਇਹ ਹਾਈਡਰੋਜਨ ਅਤੇ ਆਕਸੀਜਨ ਮਿਲ ਕੇ ਪਾਣੀ ਬਣਾ ਲਏ, ਕਿੰਨੇ ਮਿੰਟ ਦੇ ਵਿੱਚ ਬਣਾ ਲਏ, ਮੰਨ ਲਓ 1 ਘੰਟੇ ਦੇ ਵਿੱਚ, ਠੀਕ ਆ। ਹੁਣ ਮੰਨ ਲਓ ਆਪਾਂ ਨੂੰ ਪਾਣੀ ਚਾਹੀਦਾ ਵਾ 1 ਮਿੰਟ ਦੇ ਵਿੱਚ, ਮੰਨ ਲਓ ਕਿਸੇ ਨੂੰ ਬੜੀ ਕੋਈ ਪਿਆਸ ਲੱਗੀ ਜਾਂ ਕਿੱਦਾਂ ਦਾ, ਉਹਨੂੰ ਆਪਾਂ ਨੂੰ 1 ਮਿੰਟ ਬਾਅਦ ਪਾਣੀ ਚਾਹੀਦਾ, ਠੀਕ ਹੈ ਨਾ। ਸੋ ਆਪਾਂ ਇਹ ਕੀਤਾ, ਇਹਦੇ ਵਿੱਚ ਕੋਈ ਕੈਮੀਕਲ ਐਡ ਕਰ ਦਿੱਤਾ, ਠੀਕ ਹੈ ਨਾ। ਇਹ ਕੈਮੀਕਲ ਦੇ ਕਰਕੇ ਜਿਹੜੀ ਇਹ ਰਿਐਕਸ਼ਨ 1 ਘੰਟੇ ਦੇ ਵਿੱਚ ਹੋ ਰਹੀ ਸੀ, 1 ਮਿੰਟ ਦੇ ਵਿੱਚ ਹੋ ਗਈ, ਮਤਲਬ ਜਿਹੜੀ ਇਹ ਰਿਐਕਸ਼ਨ ਹੁੰਦੀ ਸਪੀਡ ਹੀ, ਜੋ ਇਸ ਰਿਐਕਸ਼ਨ ਦੀ ਰੇਟ ਹੀ, ਉਹ ਵਧਾ ਦਿੱਤੀ ਇਸ ਕੈਮੀਕਲ ਨੇ। ਸੋ ਇੱਦਾਂ ਦੇ ਕੈਮੀਕਲਸ ਜਿਹੜੇ ਰਿਐਕਸ਼ਨ ਦੀ ਰੇਟ ਨੂੰ ਵਧਾ ਦੇਣ, ਮਤਲਬ ਉਹਦੀ ਸਪੀਡ ਨੂੰ ਵਧਾ ਦੇਣ, ਉਹਨਾਂ ਨੂੰ ਕੀ ਕਿਹਾ ਜਾਂਦਾ, ਕੈਟਾਲਿਸਟ,
ठीक है। तो ਜਿਹੜੇ ਕੈਟਾਲਿਸਟ ਦਾ ਹੁੰਦਾ ਨਾ, ਇਹਨਾਂ ਦਾ ਇੱਕ ਹੋਰ ਬੜਾ ਫਾਇਦਾ ਹੈ। ਮੰਨ ਲਓ ਆਪਾਂ 1 ਗ੍ਰਾਮ ਕੈਮੀਕਲ ਪਾਇਆ ਨਾ, ਤੇ ਜਦੋਂ ਰਿਐਕਸ਼ਨ ਪੂਰੀ ਹੋ ਗਈ ਤਾਂ ਵੀ 1 ਗ੍ਰਾਮ ਹੀ ਕੈਮੀਕਲ ਬਚਣਾ ਹੈ ਸਾਡੇ ਕੋਲ। ਮਤਲਬ ਇਹ ਰਿਐਕਸ਼ਨ ਦੇ ਵਿੱਚ ਖੁਦ ਕੰਜ਼ਿਊਮ ਨਹੀਂ ਹੁੰਦੇ ਹੈਗੇ, ਜਿੰਨਾ ਹੀ ਲਿਆ ਉਨਾ ਹੀ ਸਾਨੂੰ ਦੁਬਾਰਾ ਮਿਲ ਜਾਣਾ ਰਿਐਕਸ਼ਨ ਤੋਂ ਬਾਅਦ, ਠੀਕ ਹੈ ਨਾ। ਸੋ ਕੈਟਾਲਿਸਟ ਕੀ ਆ, ਐਨੀ ਸਬਸਟੈਂਸਿਸ ਡੈਟ ਇਨਕਰੀਜ਼ਿਜ਼ ਦੀ ਰੇਟ ਆਫ ਰਿਐਕਸ਼ਨ ਵਿਦਾਊਟ ਇਟਸੈਲਫ ਬੀਂਗ ਕੰਜ਼ਿਊਮਡ, ਮਤਲਬ ਖੁਦ ਨਹੀਂ ਕੰਜ਼ਿਊਮ ਹੁੰਦੇ, ਉਹ ਰੇਟ ਰਿਐਕਸ਼ਨ ਦਾ ਵਧਾ ਦਿੰਦੇ ਆ, ਠੀਕ ਆ। ਹੁਣ ਰੇਟ ਆਫ ਰਿਐਕਸ਼ਨ ਕਿਵੇਂ ਵਧਾਉਂਦੇ ਆ, ਸਿੰਪਲੀ ਇਹ ਯਾਦ ਰੱਖਣਾ। ਤੁਸੀਂ ਤੁਹਾਨੂੰ ਕੁਐਸਚਨ ਵੀ ਆ ਸਕਦਾ ਕਿ ਕੈਟਾਲਿਸਟ ਕੀ ਹੁੰਦੇ ਆ, ਕੀ ਹੁੰਦੇ ਇਹਦੇ ਵਿੱਚ। ਤਾਂ ਤੁਸੀਂ ਦੱਸਤਾ ਕਿ ਜੋ ਰੇਟ ਆਫ ਰਿਐਕਸ਼ਨ ਵਧਾਉਂਦੇ ਆ, ਖੁਦ ਕੰਜ਼ਿਊਮ ਨਹੀਂ ਹੁੰਦੇ, ਮਤਲਬ ਜੇਕਰ 1 ਗ੍ਰਾਮ ਪਾਇਆ 1 ਗ੍ਰਾਮ ਦਾ 1 ਗ੍ਰਾਮ ਹੀ ਮਿਲ ਜਾਂਦਾ, ਠੀਕ ਹੈ। ਹੁਣ ਇਹ ਕਿਵੇਂ ਘਟਾਉਂਦੇ ਆ, ਇਹ ਤੁਸੀਂ ਯਾਦ ਰੱਖਣਾ ਆ। ਇਹ ਯਾਦ ਹੀ ਰੱਖ ਲਓ ਕਿ ਐਕਟੀਵੇਸ਼ਨ ਐਨਰਜੀ ਘਟਾ ਦਿੰਦੇ ਰਿਐਕਸ਼ਨ ਦੀ। ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ ਕਿ ਕੈਟਾਲਿਸਟ ਕਿਵੇਂ ਘਟਾਉਂਦੇ ਆ ਰੇਟ ਆਫ ਰਿਐਕਸ਼ਨ। ਇਹਨੂੰ ਬਸ ਯਾਦ ਰੱਖ ਲਓ, ਸਮਝਣ ਦਾ ਤੁਹਾਡੇ ਲੈਵਲ ਦੇ ਨਹੀਂ ਹੈਗਾ ਉਹ, +1 ਤੁਸੀਂ +2 'ਚ ਸੌਰੀ ਆਪੇ ਸਮਝ ਲੈਣਾ ਇਹ, ਠੀਕ ਹੈ। ਕਿਵੇਂ ਕੈਟਾਲਿਸਟ ਜਿਹੜੇ ਆ ਰੇਟ ਆਫ ਰਿਐਕਸ਼ਨ ਨੂੰ ਵਧਾਉਂਦੇ ਆ, ਬਾਏ ਰਿਡਿਊਸਿੰਗ ਦੀ ਐਕਟੀਵੇਸ਼ਨ ਐਨਰਜੀ ਬੈਰੀਅਰ। ਮਤਲਬ ਇੱਦਾਂ ਦਾ ਇੱਕ ਬੈਰੀਅਰ ਹੁੰਦਾ, ਪਹਿਲਾਂ ਇੱਦਾਂ ਜਾਣ ਡਿਆ ਹੁੰਦਾ, ਬਾਅਦ 'ਚ ਉਹਨੂੰ ਕੀ ਕਰ ਦਿੰਦੇ, ਉਹ ਛੋਟਾ ਕਰ ਦਿੰਦੇ, ਠੀਕ ਹੈ ਨਾ। ਐਕਟੀਵੇਸ਼ਨ ਐਨਰਜੀ ਬੈਰੀਅਰ ਉਹਨੂੰ ਘਟਾ ਕੇ ਕੈਟਾਲਿਸਟ ਰੇਟ ਆਫ ਰਿਐਕਸ਼ਨ ਵਧਾਉਂਦੇ ਆ, ਠੀਕ ਹੈ। ਅੱਗੇ ਆ ਗਈ ਪ੍ਰੈਸੀਪੀਟੇਸ਼ਨ ਰਿਐਕਸ਼ਨ। ਕਿਹੜੀ ਰਿਐਕਸ਼ਨ ਹੁੰਦੀ ਜਿਹਦੇ ਵਿੱਚ ਪ੍ਰੈਸੀਪੀਟੇਟ ਬਣਦੇ। ਪ੍ਰੈਸੀਪੀਟੇਟ ਮੈਂ ਦੱਸਿਆ ਨਾ, ਵਾਈਟ ਕਲਰ ਦਾ ਸੋਲਿਡ ਜਿਹਾ ਸਬਸਟੈਂਸ, ਇਹਦੀ ਇਹ ਐਗਜ਼ਾਮਪਲ ਹੈ ਇੱਕ। ਜਦੋਂ ਲੈਡ ਨਾਈਟਰੇਟ ਜਿਹੜਾ ਇਹ ਸੋਡੀਅਮ ਆਇਓਡਾਈਡ ਦੇ ਨਾਲ ਰਿਐਕਟ ਕਰਦਾ, ਤੇ ਲੈਡ ਆਇਓਡਾਈਡ ਆਹ ਹੀ ਲੈਡ ਦੇ ਨਾਲ ਲੱਗ ਜਾਂਦਾ, ਤੇ ਲੈਡ ਆਇਓਡਾਈਡ ਬਣਦਾ, ਤੇ ਸੋਡੀਅਮ ਨਾਈਟਰੇਟ ਬਣਦਾ। ਜਿਹੜਾ ਹੁਣ ਇਹ ਲੈਡ ਆਇਓਡਾਈਡ ਹੁੰਦਾ, ਇਹ ਪ੍ਰੈਸੀਪੀਟੇਟ ਹੁੰਦਾ। ਤੁਹਾਨੂੰ ਕੁਐਸਚਨ ਕਿੱਦਾਂ ਆ ਸਕਦਾ, ਮੰਨ ਲਓ ਤੁਹਾਨੂੰ ਪੇਪਰ 'ਚ ਰਿਐਕਸ਼ਨ ਦੇ ਦਿੱਤੀ, ਤੁਹਾਨੂੰ ਕੁਐਸਚਨ ਆ ਵੀ ਇਹ ਕਿਹੜੀ ਰਿਐਕਸ਼ਨ ਆ, ਤੁਸੀਂ ਨਾਮ ਲਿਖਣਾ ਪ੍ਰੈਸੀਪੀਟੇਟ ਰਿਐਕਸ਼ਨ, ਕਿਉਂਕਿ ਤੁਹਾਨੂੰ ਆ ਪਤਾ ਹੋਣਾ ਕਿ PbI2 ਇਹਦੇ ਪ੍ਰੈਸੀਪੀਟੇਟ ਬਣਦੇ ਪਏ। ਪ੍ਰੈਸੀਪੀਟੇਟ ਬਣਾਉਣ ਦਾ ਇੱਦਾਂ ਦਾ ਕਿ ਜਾਂ ਤਾਂ ਆਪਾਂ ਮੰਨ ਲਓ ਜਿੱਦਾਂ ਇਹ ਰਿਐਕਸ਼ਨ ਲਿਖੀ ਆ, ਇਹਦੇ ਨੀਚੇ ਮੈਂ ਲਿਖਤਾ PPT, ਇੱਥੋਂ ਪਤਾ ਲੱਗ ਗਿਆ ਕਿ ਹਾਂ ਵੀ ਇਹਦੇ ਪ੍ਰੈਸੀਪੀਟੇਟ ਬਣਦੇ ਪਏ ਹੁੰਦੇ। ਜਾਂ ਮੈਂ ਕੀ ਕਰ ਸਕਦਾ ਸੀ, ਇਹਦੇ ਲਾਗੇ ਮੈਂ ਇੱਦਾਂ ਨੀਚੇ ਨੂੰ ਐਰੋ ਲਗਾ ਸਕਦਾ, ਉਹਦਾ ਵੀ ਮਤਲਬ ਹੁੰਦਾ ਵੀ ਪ੍ਰੈਸੀਪੀਟੇਟ ਮਾਰੇ। ਕਿਉਂਕਿ ਹੁਣ ਜਦੋਂ ਕੋਈ ਸੋਲਿਡ ਚੀਜ਼ ਆ, ਹੁਣ ਜਦੋਂ ਮੰਨ ਲਓ ਇੱਥੋਂ ਮੈਂ ਨੀਚੇ ਨੂੰ, ਉਹਨੇ ਨੀਚੇ ਹੀ ਜਾਣਾ, ਮੰਨ ਲਓ ਇੱਥੇ ਬਣਿਆ ਪ੍ਰੈਸੀਪੀਟੇਟ, ਤਾਂ ਉਹਨੇ ਹੌਲੀ ਹੌਲੀ ਨੀਚੇ ਜਾ ਕੇ ਇੱਥੇ ਬੈਠ ਜਾਣਾ, ਤਾਂ ਕਰਕੇ ਨੀਚੇ ਦਾ ਐਰੋ ਲਗਾਈਦਾ ਕਿ ਪ੍ਰੈਸੀਪੀਟੇਟ ਜਿਹੜਾ ਉਹ ਨੀਚੇ ਬੈਠਦਾ। ਜਦੋਂ ਗੈਸ ਨਿਕਲਦੀ ਹੈ ਨਾ, ਉਦੋਂ ਆਪਾਂ ਇਹ ਵਾਲਾ ਨਿਸ਼ਾਨ ਯੂਜ਼ ਕਰਦੇ ਵੀ ਗੈਸ ਉੱਪਰ ਨੂੰ ਜਾ ਰਹੀ ਹੈ, ਠੀਕ ਆ। ਸੋ ਚਲੋ ਅੱਗੇ, ਟਾਈਪਸ ਆਫ ਕੈਮੀਕਲ ਰਿਐਕਸ਼ਨ। ਇਹ 'ਚੋਂ ਤੁਹਾਨੂੰ ਕੁਐਸਚਨ ਆ ਸਕਦੇ ਕਾਫੀ, ਮੇਨਲੀ 4 ਟਾਈਪਸ ਦੀਆਂ ਹੁੰਦੀਆਂ, ਪਰ ਆਪਾਂ ਕੁਝ ਐਕਸਟਰਾ ਹੀ ਪੜ੍ਹਾਂਗੇ, ਠੀਕ ਹੈ ਨਾ। ਤੁਹਾਨੂੰ ਕੁਐਸਚਨ ਆ ਸਕਦਾ, ਮਤਲਬ ਮੈਂ ਉਹ ਸਾਰੀਆਂ ਇਹਦੇ ਵਿੱਚ ਹੀ ਕੰਬਾਈਨ ਕਰ ਦਿੱਤੀਆਂ, ਠੀਕ ਹੈ। ਸਭ ਤੋਂ ਪਹਿਲੀ ਆਪਣੀ ਟਾਈਪ ਆਫ ਕੈਮੀਕਲ ਰਿਐਕਸ਼ਨ ਕਿਹੜੀ ਹੈ, ਕੰਬੀਨੇਸ਼ਨ ਰਿਐਕਸ਼ਨ। ਕੰਬੀਨੇਸ਼ਨ ਰਿਐਕਸ਼ਨ ਦੇ ਵਿੱਚ ਕੀ ਹੁੰਦਾ, ਵੇਖੋ ਇਹਦੇ ਵਿੱਚ 2 ਜਾਂ 2 ਤੋਂ ਵੱਧ ਰਿਐਕਟੈਂਟਸ ਕੰਬਾਈਨ ਕਰਦੇ ਇੱਕ ਪ੍ਰੋਡਕਟ ਬਣਾਉਣ ਦੇ ਲਈ। ਹੋਣਾ ਕੀ ਆ, ਰਿਐਕਟੈਂਟਸ 2 ਹੋ ਸਕਦੇ, ਇਹਨਾਂ ਨੇ ਪ੍ਰੋਡਕਟ ਇੱਕ ਹੀ ਬਣਾਉਣਾ। ਰਿਐਕਟੈਂਟਸ 3 ਹੋ ਸਕਦੇ, ਪ੍ਰੋਡਕਟ ਇੱਕ ਹੀ ਬਣਾਉਣਾ। ਰਿਐਕਟੈਂਟਸ 4 ਹੋ ਸਕਦੇ, ਪ੍ਰੋਡਕਟ ਇੱਕ ਹੀ ਬਣਾਉਣਾ, ਠੀਕ ਹੈ ਨਾ। ਕੰਬੀਨੇਸ਼ਨ ਰਿਐਕਸ਼ਨ ਮਤਲਬ ਕੰਬਾਈਨ ਕਰ ਰਹੇ ਆ, 2 ਜਾਂ 2 ਤੋਂ ਵੱਧ ਰਿਐਕਟੈਂਟਸ ਆ, ਉਹਨਾਂ ਨੇ ਕੰਬਾਈਨ ਕਰਨਾ, ਇੱਕ ਪ੍ਰੋਡਕਟ ਬਣਾ ਦੇਣਾ। ਜਿੱਦਾਂ ਵੇਖੋ ਤੁਹਾਨੂੰ ਕੁਐਸਚਨ ਆ ਸਕਦਾ, ਮੰਨ ਲਓ ਇੱਦਾਂ ਦੀ ਕੋਈ ਰਿਐਕਸ਼ਨ ਨੀਚੇ ਦੇ ਦੇਣ, ਪੁੱਛਣੇ ਕਿਹੜੀ ਟਾਈਪ ਦੀ ਰਿਐਕਸ਼ਨ ਆ, ਤੁਸੀਂ ਵੇਖ ਲੈਣਾ ਕਿ ਹਾਂ ਵੀ 2 ਰਿਐਕਟੈਂਟ ਕੰਬਾਈਨ ਕਰਕੇ ਇੱਕ ਪ੍ਰੋਡਕਟ ਬਣਾ ਰਹੇ ਆ। ਸੋ ਇਹ ਕੰਬੀਨੇਸ਼ਨ ਰਿਐਕਸ਼ਨ ਹੋਊਗੀ। ਅੱਗੇ ਆਪਣੇ ਕੋਲ ਕੀ ਆ ਗਈ, ਡੀਕੰਪੋਜੀਸ਼ਨ ਰਿਐਕਸ਼ਨ। ਡੀਕੰਪੋਜੀਸ਼ਨ ਰਿਐਕਸ਼ਨ ਦੇ ਵਿੱਚ ਕੀ ਹੁੰਦਾ ਆ, ਇਹਦਾ ਉਲਟਾ ਹੁੰਦਾ। ਕੰਬੀਨੇਸ਼ਨ ਰਿਐਕਸ਼ਨ ਦਾ ਉਲਟਾ ਹੁੰਦਾ ਹੈ ਡੀਕੰਪੋਜੀਸ਼ਨ ਰਿਐਕਸ਼ਨ ਦੇ ਵਿੱਚ। ਕੰਬੀਨੇਸ਼ਨ ਰਿਐਕਸ਼ਨ ਵਿੱਚ 2 ਮਿਲ ਕੇ ਇੱਕ ਬਣਾ ਰਿਹਾ ਸੀਗਾ, ਠੀਕ ਆ। ਡੀਕੰਪੋਜੀਸ਼ਨ ਰਿਐਕਸ਼ਨ ਦੇ ਵਿੱਚ ਕੀ ਹੁੰਦਾ ਵਾ ਕਿ ਆਪਾਂ ਰਿਐਕਟੈਂਟ ਇੱਕ ਲੈਣਾ, ਉਹਨੇ ਟੁੱਟਣਾ, ਤੇ 2 ਜਾਂ 2 ਤੋਂ ਵੱਧ ਪ੍ਰੋਡਕਟ ਬਣਾ ਦੇਣੇ। ਲਿਖਣਾ ਸਿੰਗਲ ਰਿਐਕਟੈਂਟ, ਇੱਕ ਰਿਐਕਟੈਂਟ ਹੋਣਾ ਆ, ਇਹਨੇ ਡੀਕੰਪੋਜ਼ ਹੋਣਾ ਆ ਜਾਂ ਬ੍ਰੇਕ ਹੋਣਾ ਆ, ਟੁੱਟਣਾ ਆ, ਕਿਉਂ 2 ਜਾਂ 2 ਤੋਂ ਵੱਧ ਪ੍ਰੋਡਕਟ ਬਣਾਉਣ ਦੇ ਲਈ, ਠੀਕ ਹੈ ਨਾ। ਇੱਕ ਆਪਣੇ ਕੋਲ ਕੀ ਹੈ ਰਿਐਕਟੈਂਟ, ਇਹਨੇ ਟੁੱਟਿਆ ਤਾਂ 2 ਕੀ ਬਣਾਤੇ ਇਹਨੇ ਪ੍ਰੋਡਕਟ। ਮਤਲਬ ਇਹਦੇ ਵਿੱਚ ਇੱਕ ਨੇ ਟੁੱਟ ਜਾਣਾ 2 ਦੇ ਵਿੱਚ, ਇੱਥੇ 2 ਜਾਂ 2 ਤੋਂ ਵੱਧ ਜੁੜ ਕੇ ਇੱਕ ਬਣਾ ਰਹੇ ਸੀਗੇ। ਆਪਣੇ ਕੋਲ ਡੀਕੰਪੋਜੀਸ਼ਨ ਰਿਐਕਸ਼ਨ ਦੇ ਵਿੱਚ ਇੱਕ ਰਿਐਕਟੈਂਟ ਸਾਈਡ 'ਤੇ ਇੱਕ ਹੀ ਹੋਏਗਾ, ਠੀਕ ਹੈ ਨਾ। ਇੱਕ ਨੇ ਟੁੱਟ ਕੇ 2 ਜਾਂ 2 ਤੋਂ ਵੱਧ ਪ੍ਰੋਡਕਟ ਬਣਾ ਦੇਣੇ, ਠੀਕ ਹੈ। ਡਿਸਪਲੇਸਮੈਂਟ ਰਿਐਕਸ਼ਨ ਕੀ ਹੁੰਦੀ ਹੈ, ਡਿਸਪਲੇਸਮੈਂਟ ਰਿਐਕਸ਼ਨ ਕੀ ਹੁੰਦੀ ਆ, ਆਹ ਵੇਖੋ ਲਿਖਿਆ ਨਾ, ਇਹ ਡਿਸਪਲੇਸ ਕਰ ਦੇਣਾ ਇੱਕ ਨੂੰ। ਹੁਣ ਵੇਖੋ ਆਹ B ਹੈ, ਇੱਥੇ ਆਪਣੇ ਕੋਲ ਆਹ ਵਾਲਾ B, ਸੌਰੀ ਇੱਕ ਸੈਕਿੰਡ, ਆਪਣੇ ਕੋਲ ਕੀ ਹੀ B ਹੀ ਇੱਥੇ, ਠੀਕ ਹੈ। ਡਿਸਪਲੇਸਮੈਂਟ ਰਿਐਕਸ਼ਨ ਦੇ ਵਿੱਚ ਕੀ ਹੋਣਾ ਆ ਕਿ ਜਿਹੜਾ ਆਪਣੇ ਕੋਲ ਆਹ ਵਾਲਾ B ਹੈ ਨਾ, A ਨੇ ਇਹਦੀ ਜਗ੍ਹਾ ਲੈ ਲੈਣੀ ਤੇ B ਨੂੰ ਇੱਥੋਂ ਭਜਾ ਦੇਣਾ। ਬਸ ਇਹੀ ਡਿਸਪਲੇਸਮੈਂਟ ਰਿਐਕਸ਼ਨ ਹੁੰਦੀ ਕਿ ਇੱਕ ਦੀ ਜਗ੍ਹਾ ਦੂਜੇ ਨੇ ਲੈ ਲੈਣੀ, ਠੀਕ ਹੈ ਨਾ। ਜੋ ਇੱਕ ਬੰਦਾ ਜੋ ਉਹਦੀ ਪਹਿਲੀ ਜਗ੍ਹਾ ਸੀ, ਠੀਕ ਹੈ ਨਾ, ਉਹ ਜਗ੍ਹਾ 'ਤੇ ਦੂਜੇ ਨੇ ਆ ਕੇ ਲੱਗ ਜਾਣਾ, ਤੇ ਉਹਨੂੰ ਉਹਦੀ ਜਗ੍ਹਾ ਤੋਂ ਹਟਾ ਦੇਣਾ। ਮਤਲਬ ਕੀ ਬਣ ਜਾਣਾ, ਆਪਣੇ ਕੋਲ A ਨੇ C ਬਣ ਜਾਣਾ, ਤੇ B ਨੇ ਇੱਥੋਂ ਨਿਕਲ ਕੇ ਪਰੇ ਚਲਾ ਜਾਣਾ,
ਇਹ ਡਿਸਪਲੇਸਮੈਂਟ ਰਿਐਕਸ਼ਨ ਆਸਾਨ ਭਾਸ਼ਾ ਦੇ ਵਿੱਚ ਆਪਾਂ ਸਮਝਣ ਦੇ, ਕਿਉਂਕਿ ਤੁਹਾਨੂੰ ਡੈਫੀਨੇਸ਼ਨ ਥੋੜ੍ਹੀ ਆਉਣੀ ਹੈ, ਤੁਹਾਨੂੰ ਅੰਡਰਸਟੈਂਡਿੰਗ ਦੀ ਬੇਸ 'ਤੇ ਕਿ ਤੁਹਾਨੂੰ ਕੀ ਚੀਜ਼ ਸਮਝ ਆਈ ਉਹਦੇ ਬੇਸ 'ਤੇ ਕੁਐਸਚਨ ਆਉਣੇ ਆ, ਠੀਕ ਹੈ। ਡਿਸਪਲੇਸਮੈਂਟ ਰਿਐਕਸ਼ਨ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ। ਡਿਸਪਲੇਸਮੈਂਟ ਰਿਐਕਸ਼ਨ ਵੀ ਮੰਨ ਲਓ ਸੀ ਤੇ ਡੀ ਹੈ, ਠੀਕ ਹੈ ਨਾ। ਇਹ ਸੀ ਜਾਂ ਇਹ ਡੀ ਮਤਲਬ ਇਹਨੂੰ ਇਹਦੀ ਜਗ੍ਹਾ ਤੋਂ ਸੀ ਨੂੰ ਇਹਦੀ ਜਗ੍ਹਾ ਤੋਂ ਹਟਾ ਦੇਣਾ ਤੇ ਆਪ ਇਹਨੇ ਇੱਥੇ ਆ ਕੇ ਲੱਗ ਜਾਣਾ, ਮਤਲਬ ਏ ਨੇ ਡੀ ਦੇ ਨਾਲ ਲੱਗ ਜਾਣਾ ਤੇ ਸੀ ਨੇ ਹਟ ਜਾਣਾ। ਇਹ ਡਿਸਪਲੇਸਮੈਂਟ ਰਿਐਕਸ਼ਨ ਮਤਲਬ ਜਿਸ ਐਟਮ, ਹੁਣ ਵੇਖੋ ਹੁਣ ਬੀ ਦੀ ਜਗ੍ਹਾ 'ਤੇ ਇੱਥੇ ਵੇਖੋ ਕੌਣ ਆਇਆ ਵਾ ਏ, ਠੀਕ ਹੈ ਨਾ। ਹੁਣ ਜਿਸ ਐਟਮ ਨੇ ਡਿਸਪਲੇਸ ਕਰਨਾ ਨਾ, ਮੰਨ ਲਓ ਹੁਣ ਬੀ ਨੂੰ ਡਿਸਪਲੇਸ ਕਰਨਾ, ਕਿਹੜੇ ਐਟਮ ਨੇ ਕਰਨਾ? ਏ ਨੇ। ਇਹ ਜ਼ਿਆਦਾ ਰਿਐਕਟਿਵ ਹੋਣਾ ਚਾਹੀਦਾ, ਬੀ ਨਾਲੋਂ ਇਹ ਜ਼ਿਆਦਾ ਰਿਐਕਟਿਵ ਹੋਣਾ ਚਾਹੀਦਾ, ਫਿਰ ਹੀ ਡਿਸਪਲੇਸ ਕਰੇਗਾ, ਠੀਕ ਹੈ ਨਾ। ਜਿਹਦੀ ਜਗ੍ਹਾ ਲੈਣੀ ਹੈ ਨਾ, ਉਹ ਜਿਸ ਦੀ ਜਗ੍ਹਾ 'ਤੇ ਆਣਾ ਉਹਦੇ ਨਾਲੋਂ ਜ਼ਿਆਦਾ ਰਿਐਕਟਿਵ ਹੋਣਾ ਚਾਹੀਦਾ, ਠੀਕ ਹੈ ਨਾ। ਮੋਰ ਰਿਐਕਟਿਵ ਐਲੀਮੈਂਟ ਡਿਸਪਲੇਸਿਸ ਲੈਸ ਰਿਐਕਟਿਵ ਐਲੀਮੈਂਟ, ਮਤਲਬ ਇਹਦਾ ਕੀ ਹੁੰਦਾ ਹੈ ਕਿ ਜਿਹੜਾ ਜ਼ਿਆਦਾ ਰਿਐਕਟਿਵ ਐਲੀਮੈਂਟ ਆ, ਹੁਣ ਵੇਖੋ A + B ਤੇ C, ਹੁਣ A ਨੇ ਇਹਨੂੰ ਡਿਸਪਲੇਸ ਕੀਤਾ, ਕਿਉਂ ਕੀਤਾ? ਕਿਉਂਕਿ ਇਹ ਲੈਸ ਰਿਐਕਟਿਵ ਹੀ, ਇਹ ਮੋਰ ਰਿਐਕਟਿਵ ਹੀ, ਠੀਕ ਹੈ ਨਾ। ਸੋ ਇਹ ਗੱਲ ਹੁੰਦੀ ਹੈ। ਮੈਂ ਦੱਸਿਆ ਹੁਣ ਵੇਖੋ ਆਹ ਚੀਜ਼ ਸਮਝੋ। ਹੁਣ ਆਹ ਰਿਐਕਸ਼ਨ ਹੋਈ ਜ਼ਿੰਕ + ਕਾਪਰ ਸਲਫੇਟ, ਜ਼ਿੰਕ ਸਲਫੇਟ ਤੇ ਕਾਪਰ ਬਣਿਆ। ਹੋਇਆ ਕੀ ਵੇਖੋ, ਜ਼ਿੰਕ ਨੇ ਕਾਪਰ ਦੀ ਜਗ੍ਹਾ ਲੈ ਲਈ, ਕਾਪਰ ਨੂੰ ਬਾਹਰ ਕੱਢਦਾ, ਜ਼ਿੰਕ ਸਲਫੇਟ ਦੇ ਨਾਲ ਲੱਗ ਗਿਆ, ਕਾਪਰ ਬਾਹਰ ਹੋ ਗਿਆ। ਹੁਣ ਵੇਖੋ ਇੱਕ ਮੈਂ ਦੱਸਿਆ ਹੈ, ਮੈਂ ਕੀ ਦੱਸਿਆ ਹੈ ਕਿ ਜਿਹੜਾ ਜ਼ਿੰਕ ਹੁੰਦਾ ਹੈ ਆਇਰਨ ਨਾਲੋਂ ਜ਼ਿਆਦਾ ਰਿਐਕਟਿਵ ਆ ਅਤੇ ਆਇਰਨ ਕਾਪਰ ਨਾਲੋਂ ਜ਼ਿਆਦਾ ਰਿਐਕਟਿਵ ਆ, ਠੀਕ ਆ। ਹੁਣ ਜਦੋਂ ਇੱਦਾਂ ਹੋਵੇ, ਹੁਣ ਇੱਕ ਫਿਰ ਨੀਚੇ ਉਹਨਾਂ ਨੇ ਕੀ ਦੇ ਦਿੱਤੀਆਂ? ਰਿਐਕਸ਼ਨਸ ਦੇ ਦਿੱਤੀਆਂ। ਹੁਣ ਜ਼ਿੰਕ ਆਇਰਨ ਸਲਫੇਟ, ਜ਼ਿੰਕ ਆਇਰਨ ਨੂੰ ਡਿਸਪਲੇਸ ਕਰ ਸਕਦਾ। ਕਿਉਂ ਕਰ ਸਕਦਾ? ਕਿਉਂਕਿ ਜ਼ਿੰਕ ਜ਼ਿਆਦਾ ਰਿਐਕਟਿਵ ਆ, ਇੱਥੇ ਮੈਂ ਦਿੱਤਾ ਹੈ। ਸੋ ਇਹਦਾ ਮਤਲਬ ਇਹ ਰਿਐਕਸ਼ਨ ਹੋ ਸਕਦੀ ਹੈ, ਠੀਕ ਹੈ। ਹੁਣ ਆਇਰਨ ਤੇ ਕਾਪਰ ਸਲਫੇਟ ਆ, ਇਹਦੇ ਵਿੱਚੋਂ ਆਇਰਨ ਜਿਹੜਾ ਹੈ ਕਾਪਰ ਨੂੰ ਇਹਦੇ ਵਿੱਚ ਹੁਣ ਵੇਖੋ ਆਇਰਨ ਤੇ ਕਾਪਰ ਸਲਫੇਟ ਆ, ਇਹਨਾਂ ਦੇ ਵਿੱਚ ਡਿਸਪਲੇਸਮੈਂਟ ਰਿਐਕਸ਼ਨ ਹੋਊ ਜਾਂ ਨਹੀਂ ਹੋਊਗੀ, ਇਹ ਵੇਖਣਾ। ਹੁਣ ਵੇਖਣਾ ਕਿ ਇਹਨੇ ਡਿਸਪਲੇਸ ਕਰਨਾ ਹੈ, ਇਹ ਜ਼ਿਆਦਾ ਰਿਐਕਟਿਵ ਆ ਕਾਪਰ ਦੇ ਨਾਲੋਂ ਕਿ ਜਾਂ ਨਹੀਂ। ਵੇਖੋ ਇਹ ਜ਼ਿਆਦਾ ਰਿਐਕਟਿਵ ਆ, ਸੋ ਇਹ ਵੀ ਰਿਐਕਸ਼ਨ ਹੋ ਜੂਗੀ। ਹੁਣ ਅਗਲੀ ਰਿਐਕਸ਼ਨ ਆਪਣੇ ਕੋਲ ਕੀ ਆ ਗਈ? ਆਇਰਨ ਤੇ ਜ਼ਿੰਕ ਸਲਫੇਟ ਦੀ। ਇਹ ਦੇਖਣਾ ਹੈ ਕਿ ਆਇਰਨ ਜ਼ਿੰਕ ਨੂੰ ਡਿਸਪਲੇਸ ਕਰ ਪਾਊਗਾ, ਠੀਕ ਹੈ ਨਾ। ਆਇਰਨ ਤਾਂ ਹੀ ਡਿਸਪਲੇਸ ਕਰ ਪਾਊ ਜੇਕਰ ਆਇਰਨ ਜ਼ਿਆਦਾ ਰਿਐਕਟਿਵ ਹੋਊਗਾ ਜ਼ਿੰਕ ਨਾਲੋਂ। ਸੋ ਪਰ ਇੱਥੇ ਹੈ ਨਹੀਂ ਆ, ਆਇਰਨ ਘੱਟ ਰਿਐਕਟਿਵ ਆ, ਸੋ ਇਹ ਰਿਐਕਸ਼ਨ ਨਹੀਂ ਹੋਣੀ, ਠੀਕ ਹੈ ਨਾ। ਡਬਲ ਡਿਸਪਲੇਸਮੈਂਟ ਰਿਐਕਸ਼ਨ, ਹੁਣ ਵੇਖੋ ਡਿਸਪਲੇਸਮੈਂਟ ਦੇ ਵਿੱਚ ਇੱਕ ਹੀ ਦੂਜੇ ਨੂੰ ਡਿਸਪਲੇਸ ਕਰਦਾ ਪਿਆ ਹੈ, ਠੀਕ ਹੈ। ਡਬਲ ਡਿਸਪਲੇਸਮੈਂਟ ਦੇ ਵਿੱਚ ਕੀ ਹੁੰਦਾ ਆ ਕਿ ਵੇਖੋ ਇਹਦੇ ਵਿੱਚ ਕੀ ਹੁੰਦਾ ਆ, AD + B ਤੇ C, ਠੀਕ ਹੈ ਨਾ। ਇਹਨੇ ਇਹਦੀ ਜਗ੍ਹਾ 'ਤੇ ਆ ਜਾਣਾ, ਇਹਨੇ ਇਹਦੀ ਜਗ੍ਹਾ 'ਤੇ ਆ ਜਾਣਾ, ਸਿੰਪਲ ਹੈ, ਠੀਕ ਹੈ ਨਾ। ਐਕਸਚੇਂਜ ਹੋ ਜਾਣੀ ਹੈ ਇਹਨਾਂ ਦੀ ਆਪਸ ਦੇ ਵਿੱਚ। एग्जाम्पल है म्यूचुअल एक्सचेंज, तुहानूं क्वेश्चन आ सकता म्यूचुअल एक्सचेंज ऑफ आयंस टेक्स प्लेस इन विच टाइप ऑफ रिएक्शन। नीचे अलग अलग ऑप्शन दित्तियां सकदियां, तुसीं कहना डबल डिसप्लेसमेंट दे विच। हुण देखो एग्जाम्पल की देती NaOH, देखो इत्थे लिखी NaOH HCl, ठीक है ना। हुण Na ने Cl की जगह चल गया, H जिहड़ा वो Na की जगह पर आ गया, ठीक है। हुण H Na की जगह पर आ गया तो की बन गया HOH, इनू की कहते वाटर, ठीक है। तो जिहड़ा Na आ NaCH की जगह चल गया ही, यानी कि NaCl। सो एक ही होगी डबल डिसप्लेसमेंट रिएक्शन, मतलब दोवें पासे एक्सचेंज होनी, ठीक है। एंडोथर्मिक रिएक्शन, एंडोथर्मिक रिएक्शनस किहड़ियां होंदियां, वो वालियां रिएक्शनस होंदियां जिन्हां दे विच हीट आपां सप्लाई करते हैं, ठीक है ना। मान लो कोई रिएक्शन हो रही है, शॉर्ट फॉर्म लिखदा मैं, रिएक्शन नूं RXN कहा जाता, ठीक है। RXN एक रिएक्शन हो रही है, ठीक है ना। ये वाली जिहड़ी रिएक्शन है ना, मान लो इनू मैं हीट ਜਾਂ एनर्जी दे रहा है ये रिएक्शन कि हाँ भी ये रिएक्शन हो जाए, ठीक है ना। हीट दे रहे, गर्म कर रहे हैं या एनर्जी दे रहे हैं। हम जिदा मान लो आप कागज़ में ही साड़ना हो तो उन्होंने गर्म करते हैं, फिर ही वो सड़ता है, मतलब वो रिएक्शन करने के लिए आप हीट दी, एनर्जी दी। सो यदा मतलब वो किहड़ी रिएक्शन है, एंडोथर्मिक रिएक्शन। हुण जिस मान लो कोई रिएक्शन के विचों हीट बाहर निकल रही है, मान लो कोई रिएक्शन आ ਇਹਦੇ ਵਿੱਚੋਂ ਹੀਟ ਬਾਹਰ ਨਿਕਲ ਰਹੀ ਹੈ, એનર્ਜੀ ਬਾਹਰ ਨਿਕਲ ਰਹੀ ਹੈ। ਜਦੋਂ ਇਹ ਰਿਐਕਸ਼ਨ ਹੋ ਰਹੀ ਹੈ ਤੇ એનર્ਜੀ ਬਾਹਰ ਨਿਕਲੀ ਜਾਂ ਹੀਟ ਬਾਹਰ ਨਿਕਲ ਰਹੀ, ਉਹ ਕਿਹੜੀ ਹੁੰਦੀ ਹੈ, ਐਗਜ਼ੋਥਰਮਿਕ ਰਿਐਕਸ਼ਨ। ਐਗਜ਼ੋ ਦਾ ਮਤਲਬ ਹੋ ਗਿਆ ਐਗਜ਼ਿਟ, ਮਤਲਬ ਬਾਹਰ ਨਿਕਲ ਰਹੀ, ਲਿਖਿਆ ਨਹੀਂ ਹੁੰਦਾ ਦਰਵਾਜ਼ਿਆਂ ਤੇ ਐਂਟਰੀ ਜਾਂ ਐਗਜ਼ਿਟ, ਠੀਕ ਹੈ। ਸੋ EN ਦਾ ਮਤਲਬ ਐਂਟਰੀ, ਮਤਲਬ ਹੀਟ ਜਾਂ એનર્ਜੀ ਦੀ ਐਂਟਰੀ, ਉਹ ਵਾਲੀ ਰਿਐਕਸ਼ਨ ਜਿਹਦੇ ਵਿੱਚ ਹੀਟ ਆਪਾਂ ਦੇ ਰਹੇ ਹਾਂ, ਐਂਟਰ ਕਰ ਰਹੇ ਹਾਂ, ठीक है। तो ਐਗਜ਼ੋਥਰਮਿਕ ਉਹ ਵਾਲੀ ਰਿਐਕਸ਼ਨ ਜਿਹਦੇ ਵਿੱਚ ਹੀਟ ਐਗਜ਼ਿਟ ਹੋ ਰਹੀ, मतलब ਹੀਟ ਉਹਦੇ ਵਿੱਚੋਂ ਬਾਹਰ ਜਾ ਰਹੀ ਹੈ, ਉਹ ਕੀ ਹੈ, ਐਗਜ਼ੋਥਰਮਿਕ ਰਿਐਕਸ਼ਨ। एग्जाम्पल यदि वेखो एंडोथर्मिक रिएक्शन दी,
CaCO3 CaCO3 ਇਹਨੂੰ ਆਪਾਂ ਹੀਟ ਕੀਤਾ ਤੇ ਕੀ ਨਿਕਲਿਆ CaO plus CO2 ਇਹ ਬਣਿਆ ਹੀਟ ਦਿੱਤੀ ਸੋ ਇਹ ਕੀ ਹੈ ਐਂਡੋਥਰਮਿਕ ਰਿਐਕਸ਼ਨ। ਇੱਕ ਹੋਰ ਟਾਈਪ ਦੀ ਰਿਐਕਸ਼ਨ ਹੈ ਕਿਹੜੀ ਆਪਣੇ ਕੋਲ ਡੀਕੰਪੋਜੀਸ਼ਨ ਰਿਐਕਸ਼ਨ। ਕਿਉਂ ਕਿਉਂਕਿ ਇਹਦੇ ਵਿੱਚ ਇੱਕ ਟੁੱਟ ਰਿਹਾ ਦੋ ਜਾਂ ਤਿੰਨ ਦੇ ਵਿੱਚ ਠੀਕ ਹੈ ਨਾ। ਸੋ ਡੀਕੰਪੋਜੀਸ਼ਨ ਰਿਐਕਸ਼ਨ ਦੀ ਵੀ ਟਾਈਪ ਆ। ਅੱਗੇ ਕੀ ਆ ਗਿਆ ਆਪਣੇ ਕੋਲ ਰਿਐਕਸ਼ਨ ਆਫ ਫੋਟੋਸਿੰਥੇਸਿਸ। ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਫੋਟੋਸਿੰਥੇਸਿਸ ਜਿਹੜੀ ਹੁੰਦੀ ਆ ਇਹ ਐਂਡੋਥਰਮਿਕ ਰਿਐਕਸ਼ਨ ਹੈ ਕਿ ਐਗਜ਼ੋਥਰਮਿਕ ਆ। ਇਹ ਐਂਡੋਥਰਮਿਕ ਹੈ ਫੋਟੋਸਿੰਥੇਸਿਸ ਦੇ ਵਿੱਚ ਠੀਕ ਆ ਕਿਉਂਕਿ ਉਹਦੇ ਵਿੱਚ ਫੋਟੋਸਿੰਥੇਸਿਸ ਕੀ ਆ ਕਾਰਬਨ ਡਾਈਆਕਸਾਈਡ ਗੈਸ ਲਈ ਪਲਾਂਟਸ ਨੇ ਪਾਣੀ ਲਿਆ ਸਨਲਾਈਟ ਦੀ એનર્ਜੀ ਯੂਜ਼ ਕੀਤੀ ਮਤਲਬ એનર્ਜੀ ਦਿੱਤੀ ਫਿਰ ਫੂਡ ਬਣ ਗਿਆ ਠੀਕ ਹੈ ਨਾ। ਸੋ ਫੋਟੋਸਿੰਥੇਸਿਸ ਜਿਹੜੀ ਆ ਇਹ ਕੀ ਹੈ ਇੱਕ ਆਪਣੇ ਕੋਲ ਜਿਹੜੀ ਫੋਟੋਸਿੰਥੇਸਿਸ ਆ ਇਹ ਕੀ ਹੈ ਆਪਣੇ ਕੋਲ ਐਂਡੋਥਰਮਿਕ ਰਿਐਕਸ਼ਨ। ਐਗਜ਼ੋਥਰਮਿਕ ਰਿਐਕਸ਼ਨ ਦੀਆਂ ਐਗਜ਼ਾਮਪਲਸ ਕੀ ਹੋ ਸਕਦੀਆਂ ਜਿਹਦੇ ਵਿੱਚੋਂ ਹੀਟ ਬਾਹਰ ਨਿਕਲੇ। ਹੁਣ ਮੰਨ ਲਓ ਇਹ ਚੀਜ਼ ਬਰਨਿੰਗ ਹੋ ਰਹੀ ਹੈ ਮਤਲਬ ਇਹਨੂੰ ਆਪਾਂ ਜਲਾਇਆ ਆਕਸੀਜਨ ਦੀ ਪ੍ਰੈਜ਼ੈਂਸ ਵਿੱਚ ਕਾਰਬਨ ਡਾਈਆਕਸਾਈਡ ਗੈਸ ਨਿਕਲੀ ਪਾਣੀ ਨਿਕਲਿਆ ਤੇ એનર્ਜੀ ਬਾਹਰ ਨਿਕਲ ਰਹੀ ਹੈ। ਇਹ ਜਦੋਂ ਇੱਧਰਲੀ ਸਾਈਡ ਆਪਾਂ ਲੈਫਟ ਸਾਈਡ 'ਤੇ ਲਿਖਾਂਗੇ ਰਾਈਟ ਸਾਈਡ 'ਤੇ ਲਿਖਾਂਗੇ ਨਾ એનર્ਜੀ ਨੂੰ ਇਹਦਾ ਮਤਲਬ એનર્ਜੀ ਬਾਹਰ ਨਿਕਲ ਰਹੀ ਹੈ ਠੀਕ ਹੈ। ਹੁਣ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਕੁਐਸਚਨ ਇਹੀ ਆਊਗਾ ਮੇਰੇ ਅਕੋਰਡਿੰਗਲੀ ਕਿ ਰੈਸਪੀਰੇਸ਼ਨ ਜਿਹੜੀ ਆ ਇਹ ਕਿਹੜੀ ਹੁੰਦੀ ਹੈ ਐਗਜ਼ੋਥਰਮਿਕ ਆ ਕਿ ਐਂਡੋਥਰਮਿਕ ਆ। ਰੈਸਪੀਰੇਸ਼ਨ ਜਿਹੜੀ ਹੈ ਐਗਜ਼ੋਥਰਮਿਕ ਆ ਕਿਉਂ ਕਿਉਂਕਿ ਰੈਸਪੀਰੇਸ਼ਨ ਦਾ ਕੰਮ ਹੀ ਹੈ ਕਿ ਉਹਨੇ એનર્ਜੀ ਦੇਣੀ ਹੈ ਸਾਨੂੰ। ਗਲੂਕੋਜ਼ ਨੇ ਆਕਸੀਜਨ ਪ੍ਰੈਜ਼ੈਂਸ ਟੁੱਟਣਾ ਤਾਂ ਕਾਰਬਨ ਡਾਈਆਕਸਾਈਡ ਵਾਟਰ ਨਿਕਲਿਆ ਤੇ એનર્ਜੀ ਬਾਹਰ ਨਿਕਲੀ ਇਸੇ એનર્ਜੀ ਸਿਰ 'ਤੇ ਤਾਂ ਆਪਾਂ ਕੰਮ ਕਰ ਰਹੇ ਹਾਂ। ਅਗਲੀ ਟਾਈਪ ਰਿਐਕਸ਼ਨ ਦੀ ਆ ਗਈ ਆਕਸੀਡੇਸ਼ਨ। ਆਕਸੀਡੇਸ਼ਨ ਹੋਣੀ ਆ ਆਕਸੀਜਨ ਐਡ ਹੋਣੀ ਆ ਕੀ ਹੋਣੀ ਆ ਐਡੀਸ਼ਨ ਆਫ ਆਕਸੀਜਨ। ਮੰਨ ਲਓ A ਆ ਤੇ B ਆ B ਦੇ ਨਾਲ ਆਕਸੀਜਨ ਲੱਗੀ ਹੁਣ ਇਹਨੇ ਆਪਣੀ ਆਕਸੀਜਨ B ਨੇ A ਨੂੰ ਦੇ ਦਿੱਤੀ A ਦੇ ਵਿੱਚ ਆਕਸੀਜਨ ਐਡ ਹੋ ਗਈ ਮਤਲਬ ਐਡੀਸ਼ਨ ਹੋ ਗਈ ਆਕਸੀਜਨ ਦੀ। ਜਦੋਂ ਐਡੀਸ਼ਨ ਆਫ ਆਕਸੀਜਨ ਹੋ ਜੇ ਉਹ ਕਿਹੜੀ ਰਿਐਕਸ਼ਨ ਹੁੰਦੀ ਆਕਸੀਡੇਸ਼ਨ ਠੀਕ ਹੈ ਨਾ। ਜਾਂ ਹਾਈਡਰੋਜਨ ਦੀ ਰਿਮੂਵਲ ਹੋ ਜੇ ਹੁਣ ਜਿੱਦਾਂ ਇੱਥੇ ਹਾਈਡਰੋਜਨ ਲੱਗੀ BH2 ਦੇ ਨਾਲ B ਦੇ ਨਾਲ H2 ਲੱਗੀ ਸੀ ਮਤਲਬ ਹਾਈਡਰੋਜਨ ਲੱਗੀ ਸੀ ਫਿਰ B ਕਲਰ ਹੈ ਗਿਆ ਹਾਈਡਰੋਜਨ ਰਿਮੂਵ ਹੋ ਗਈ। ਜਦੋਂ ਰਿਮੂਵ ਹੋ ਜੇ ਹਾਈਡਰੋਜਨ ਠੀਕ ਹੈ ਨਾ ਉਹ ਕਿਹੜੀ ਆ ਆਕਸੀਡੇਸ਼ਨ ਰਿਐਕਸ਼ਨ। ਜਾਂ ਫਿਰ ਆਕਸੀਜਨ ਐਡ ਹੋ ਜੇ ਜਿੱਦਾਂ ਮੰਨ ਲਓ A ਆ ਆਪਣੇ ਕੋਲ ਇਹਦੇ ਨਾਲ ਆਕਸੀਜਨ ਲੱਗੀ ਇਹ ਆਕਸੀਜਨ ਦੇ ਵਿੱਚ ਐਡ ਹੋ ਗਈ ਤੇ AO2 ਬਣ ਗਿਆ ਠੀਕ ਹੈ ਨਾ। ਆਕਸੀਡੇਸ਼ਨ ਰਿਐਕਸ਼ਨ ਦੇ ਵਿੱਚ ਐਡੀਸ਼ਨ ਆਫ ਆਕਸੀਜਨ ਜਾਂ ਰਿਮੂਵਲ ਆਫ ਹਾਈਡਰੋਜਨ ਇਹ ਦੋ ਚੀਜ਼ਾਂ ਆਪਾਂ ਦਿਮਾਗ 'ਚ ਰੱਖਣੀਆਂ ਠੀਕ ਹੈ। ਅੱਗੇ ਆ ਜੋ ਰਿਡਕਸ਼ਨ ਰਿਐਕਸ਼ਨ ਮਤਲਬ ਉਲਟੇ ਹੁੰਦੇ ਆ। ਰਿਡਕਸ਼ਨ ਰਿਐਕਸ਼ਨ ਕੀ ਆ ਇੱਥੇ ਐਡੀਸ਼ਨ ਆਫ ਆਕਸੀਜਨ ਹੀ ਇੱਥੇ ਰਿਮੂਵਲ ਆਫ ਆਕਸੀਜਨ ਆ ਜਾਣਾ। ਮੰਨ ਲਓ ਇਹਦੇ ਨਾਲ ਆਕਸੀਜਨ ਲੱਗੀ ਆਕਸੀਜਨ ਰਿਮੂਵਲ ਹੋ ਗਈ ਇਸੇ ਦਾ ਮਤਲਬ ਕਿਹੜੀ ਹੋ ਗਈ ਰਿਡਕਸ਼ਨ ਰਿਐਕਸ਼ਨ। ਜਾਂ ਇੱਥੇ ਆਕਸੀਡੇਸ਼ਨ ਵਿੱਚ ਰਿਮੂਵਲ ਆਫ ਹਾਈਡਰੋਜਨ ਹੀ ਰਿਡਕਸ਼ਨ ਦੇ ਵਿੱਚ ਐਡੀਸ਼ਨ ਆਫ ਹਾਈਡਰੋਜਨ ਆ ਜਾਣਾ ਕਿ ਮੰਨ ਲਓ ਇਹ ਵਾਲੀ ਰਿਐਕਸ਼ਨ ਹੁੰਦੀ ਇਹਦੇ ਵਿੱਚ A ਦੇ ਨਾਲ H2 ਆ ਗਿਆ ਮਤਲਬ ਜੁੜ ਗਿਆ ਐਡ ਹੋ ਗਿਆ ਠੀਕ ਹੈ ਨਾ। ਆਕਸੀਡੇਸ਼ਨ ਹੈ ਨਾ ਆਕਸੀਡੇਸ਼ਨ ਮਤਲਬ ਆਕਸੀਜਨ O ਤੋਂ ਆਕਸੀਜਨ O ਤੋਂ ਆਪਣੇ ਕੋਲ ਆ ਗਿਆ ਆਕਸੀਡੇਸ਼ਨ ਮਤਲਬ ਆਕਸੀਡੇਸ਼ਨ ਦੇ ਵਿੱਚ ਆ ਸਮਝੋ ਨਾ ਆਕਸੀਡੇਸ਼ਨ ਮਤਲਬ ਆਕਸੀਜਨ ਐਡੀਸ਼ਨ ਆਕਸੀਜਨ ਐਡੀਸ਼ਨ ਮਤਲਬ ਆਕਸੀਜਨ ਦਾ ਐਡ ਹੋਣਾ। ਇੱਕ ਚੀਜ਼ ਕੋਈ ਵੀ ਯਾਦ ਰੱਖ ਲਓ ਬਾਕੀ ਸਾਰਾ ਆਪਣੇ ਆਪ ਹੋ ਜਾਣਾ। ਮੰਨ ਲਓ ਤੁਸੀਂ ਆਕਸੀਜਨ ਦਿਮਾਗ 'ਚ ਰੱਖ ਲਈ ਨਾ ਆਕਸੀਡੇਸ਼ਨ ਦਿਮਾਗ 'ਚ ਰੱਖ ਲਈ ਕੀ ਆ ਆਕਸੀਡੇਸ਼ਨ ਮਤਲਬ ਆਕਸੀਜਨ ਦੀ ਐਡੀਸ਼ਨ ਇਹ ਚੀਜ਼ ਯਾਦ ਰੱਖ ਲਈ ਇਹਦਾ ਮਤਲਬ ਹਾਂ ਬਾਅਦ 'ਚ ਇਹਦਾ ਉਲਟਾ ਕਰ ਦਿਓ ਰਿਮੂਵਲ ਆਫ ਹਾਈਡਰੋਜਨ। ਇਹ ਦੋ ਡੈਫੀਨੇਸ਼ਨਸ ਹੋ ਗਈਆਂ ਕਾਹਦੀਆਂ ਆਕਸੀਡੇਸ਼ਨ ਦੀਆਂ। ਤੇ ਰਿਡਕਸ਼ਨ ਬਿਲਕੁਲ ਹੀ ਉਲਟਾ। ਰਿਡਕਸ਼ਨ ਦੀ ਡੈਫੀਨੇਸ਼ਨ ਕੀ ਹੋਣੀ ਆ ਆਪਣੇ ਕੋਲ ਰਿਡਕਸ਼ਨ ਦੀ ਡੈਫੀਨੇਸ਼ਨ ਕੀ ਹੋਣੀ ਆ ਆਪਣੇ ਕੋਲ ਰਿਮੂਵਲ ਆਫ ਆਕਸੀਜਨ ਐਡੀਸ਼ਨ ਮਤਲਬ ਇੱਥੇ ਉਲਟਾ ਕਰ ਦਿਓ ਠੀਕ ਹੈ ਨਾ ਉਲਟਾ ਕਰ ਦਿਓ ਇਹਨੂੰ ਇੱਕ ਸੈਕਿੰਡ ਮਤਲਬ ਉਹਨੂੰ ਉਲਟਾ ਕਰ ਦੇਣਾ ਠੀਕ ਹੈ ਨਾ। ਉਹਨੂੰ ਉਲਟਾ ਕਰ ਦਿਓ ਜਦੋਂ ਆਪਾਂ ਉਹਨੂੰ ਉਲਟਾ ਕਰਤਾ ਤੇ ਆਪਣੇ ਕੋਲ ਕੀ ਹੋ ਜਾਣੀ ਆ ਰਿਮੂਵਲ। ਇੱਕ ਡੈਫੀਨੇਸ਼ਨ ਕੋਈ ਵੀ ਦਿਮਾਗ ਦੇ ਵਿੱਚ ਰੱਖ ਲੈਣੀ ਹੈ ਬਸ ਕੋਈ ਵੀ ਇੱਕ ਡੈਫੀਨੇਸ਼ਨ ਦਿਮਾਗ 'ਚ ਰੱਖ ਲਓ। ਆਕਸੀਡੇਸ਼ਨ ਦੀ ਤੁਸੀਂ ਰੱਖ ਲਓ ਐਡੀਸ਼ਨ ਆਫ ਆਕਸੀਜਨ ਇਹਦਾ ਉਲਟਾ ਕਰ ਦਿਓ ਰਿਮੂਵਲ ਆਫ ਹਾਈਡਰੋਜਨ ਇਹ ਆਕਸੀਡੇਸ਼ਨ ਦੀਆਂ ਡੈਫੀਨੇਸ਼ਨਸ ਹੋ ਗਈਆਂ ਠੀਕ ਆ। ਹੁਣ ਰਿਡਕਸ਼ਨ ਦੀਆਂ ਡੈਫੀਨੇਸ਼ਨਸ ਕਿਵੇਂ ਆ ਕੀ ਦਿਮਾਗ 'ਚ ਰੱਖਣਾ ਹੈ ਉਹੀ ਐਡੀਸ਼ਨ ਆਫ ਆਕਸੀਜਨ ਨੂੰ ਕੀ ਕਰ ਦਿਓ ਇੱਥੇ ਰਿਮੂਵਲ ਲਗਾ ਦਿਓ ਉਲਟਾ ਕਰ ਦਿਓ ਜਿੱਥੇ ਇੱਥੇ ਰਿਮੂਵਲ ਉੱਥੇ ਐਡੀਸ਼ਨ ਕਰ ਦਿਓ ਡੈਫੀਨੇਸ਼ਨਸ ਆ ਗਈਆਂ। ਅੱਗੇ ਆਪਣੇ ਕੋਲ ਆ ਗਿਆ ਆਕਸੀਡਾਈਜ਼ਿੰਗ ਏਜੰਟ ਰਿਡਿਊਸਿੰਗ ਏਜੰਟ। ਆਕਸੀਡਾਈਜ਼ਿੰਗ ਏਜੰਟ ਕੀ ਹੁੰਦਾ ਵਾ ਕੈਮੀਕਲ ਜੋ ਆਕਸੀਜਨ ਦੇ ਰਿਹਾ ਠੀਕ ਹੈ ਨਾ। ਆਸਾਨ ਮਤਲਬ ਆਸਾਨ ਲੈਂਗੁਏਜ 'ਚ ਸਮਝ ਰਹੇ ਹਾਂ ਠੀਕ ਹੈ ਨਾ।
क्योंकि तुहानूं ये थोड़ी इत्थे पुछना कि ऑक्सीडाइजिंग एजेंट किहड़ा, तुहानूं ये पुछया जाना की हुंदा है, तुहानूं ये पुछया जाना कि ऑक्सीडाइजिंग एजेंट की है। मतलब ये नहीं पूछना तुहानूं उत्थे उन्होंने कि ऑक्सीडाइजिंग एजेंट की हुंदा है, तुहानूं ये पुछया जाना एक रिएक्शन दित्ती होगी उन्होंने पुछना इहदे विचों दस्सो ऑक्सीडाइजिंग एजेंट किहड़ा है, इदां क्वेश्चन आना है। सो ऑक्सीडाइजिंग एजेंट वो हुंदा जिहड़ा ऑक्सीजन दे रहा, जिद्दां मान लो ए आ, ए इत्थे BO2 दे नाल ऑक्सीजन लगी, हुण ए वाली ऑक्सीजन ए दे नाल लग गई आ वेखो, सो इहदा मतलब ऑक्सीडेशन किहदी होई, इहदी ऑक्सीडेशन होगी। तो ऑक्सीडाइजिंग एजेंट कौन आ, किन्ने ऑक्सीजन दित्ती है, आ वाला ये ऑक्सीडाइजिंग एजेंट जिन्हें ऑक्सीजन दित्ती है, ठीक है ना। ਇਹ ਇਹਨਾਂ ਨੂੰ ਨਾ ਕਰਨ ਦਾ ਇੱਕ ਇਹ ਵਾਲੀਆਂ ਜਿਹੜੀਆਂ ਰਿਐਕਸ਼ਨਸ ਹੁੰਦੀਆਂ ਨਾ, ਇਹਨਾਂ ਨੂੰ ਕਰਨ ਦਾ ਇੱਕ ਟ੍ਰਿਕ ਹੁੰਦਾ, ਮੈਂ ਤੁਹਾਨੂੰ ਹੁਣੇ ਦੱਸਦਾ, ਠੀਕ ਹੈ ਨਾ। ਤੁਹਾਨੂੰ ਕੁਐਸਚਨ ਪਤਾ ਕੀ ਆਉਣਾ ਹੈ ਇਹ ਵਾਲੇ ਪਾਰਟ ਦੇ ਵਿੱਚੋਂ, ਇਹ ਵਾਲੇ ਪਾਰਟ ਦੇ ਵਿੱਚੋਂ ਤੁਹਾਨੂੰ ਕੁਐਸਚਨ ਆਉਣਾ ਹੈ ਕਿ ਇਹ ਵਾਲਾ ਪਾਰਟ ਹੈ ਜਿਹੜਾ ਆਪਣਾ, ਇਹਦੇ ਵਿੱਚ ਤੁਹਾਨੂੰ ਕੁਐਸਚਨ ਕੀ ਆਉਣਾ, ਇਹਦੇ ਵਿੱਚੋਂ ਕੁਐਸਚਨ ਇਹ ਆਉਣਾ ਹੈ ਕਿ ਜਿਹੜੀ ਤੁਹਾਡੀ ਆਕਸੀਡੇਸ਼ਨ ਆ, ਮਤਲਬ ਤੁਹਾਨੂੰ ਇੱਕ ਰਿਐਕਸ਼ਨ ਦੇ ਦੇਣੀ ਇਹਨਾਂ ਨੇ, ਠੀਕ ਹੈ ਨਾ। ਉਹਦੇ ਵਿੱਚ ਉਹਨਾਂ ਨੇ ਰਿਐਕਸ਼ਨ ਦੇ ਕੇ ਪੁੱਛਣਾ ਦੱਸੋ ਕਿਹਦੀ ਆਕਸੀਡੇਸ਼ਨ ਹੋਈ, ਕਿਹਦੀ ਰਿਡਕਸ਼ਨ ਹੋਈ, ਆਕਸੀਡਾਈਜ਼ਿੰਗ ਏਜੰਟ ਕਿਹੜਾ ਤੇ ਰਿਡਿਊਸਿੰਗ ਏਜੰਟ ਕਿਹੜਾ। ਇਹਨੂੰ ਕਰਨ ਦਾ ਇੱਕ ਤਰੀਕਾ ਹੈ, ਤਰੀਕਾ ਪਤਾ ਕੀ ਹੈ। ਮੰਨ ਲਓ ਤੁਹਾਨੂੰ ਇੱਕ ਰਿਐਕਸ਼ਨ ਦੇ ਦਿੱਤੀ ਆਹ ਵਾਲੀ, ਕਾਪਰ ਪਲੱਸ ਆਕਸੀਜਨ, ਇਹ ਰਿਐਕਸ਼ਨ ਦੇ ਦਿੱਤੀ। ਕੁਐਸਚਨ ਤੁਹਾਨੂੰ ਕੀ ਪੁੱਛਿਆ ਗਿਆ, ਕੁਐਸਚਨ ਤੁਹਾਨੂੰ ਇਹ ਪੁੱਛਿਆ ਗਿਆ ਇਹਦੇ ਵਿੱਚ, ਕੁਐਸਚਨ ਤੁਹਾਨੂੰ ਇਹਦੇ ਵਿੱਚ ਕੀ ਪੁੱਛਿਆ ਗਿਆ, ਕੁਐਸਚਨ ਤੁਹਾਨੂੰ ਇਹਦੇ ਵਿੱਚ ਇਹ ਪੁੱਛਿਆ ਗਿਆ ਕਿ ਦੱਸੋ ਆਕਸੀਡੇਸ਼ਨ ਕਿਹਦੀ ਹੋ ਰਹੀ ਹੈ, ਸਾਈਟ ਆਫ ਆਕਸੀਡੇਸ਼ਨ ਪੁੱਛੀ, ਠੀਕ ਹੈ ਨਾ। ਤੁਸੀਂ ਇੱਕ ਚੀਜ਼ ਬਸ ਇਹਦੇ ਵਿੱਚੋਂ ਕੱਢਣੀ ਆ, ਤੁਸੀਂ ਪਤਾ ਕਿਹੜੀ ਕੱਢਣੀ ਆ, ਸਾਈਟ ਆਫ ਆਕਸੀਡੇਸ਼ਨ ਕੱਢਣੀ, ਬਾਕੀ ਆਪਣੇ ਆਪ ਆ ਜਾਣੀਆਂ ਸਾਰੀਆਂ, ਸਿਰਫ ਇੱਕੋ ਕੱਢਣੀ। ਤੁਸੀਂ ਇਹ ਦੇਖਣਾ ਕਿ ਆਕਸੀਡੇਸ਼ਨ ਕਿਹਦੀ ਹੁੰਦੀ ਪਈ ਆ। ਹੁਣ ਇੱਥੇ ਵੇਖੋ ਆਕਸੀਜਨ ਇੱਥੇ ਹੀ, ਠੀਕ ਹੈ ਨਾ, ਇਹ ਆਕਸੀਜਨ ਬਾਅਦ 'ਚ ਇਹਦੇ ਕਾਪਰ ਦੇ ਨਾਲ ਲੱਗ ਗਈ ਇੱਥੇ ਆ ਕੇ, ਠੀਕ ਹੈ ਨਾ। ਸੋ ਇਹਦਾ ਮਤਲਬ ਆਕਸੀਡੇਸ਼ਨ ਕਿਹਦੀ ਹੋਈ, ਕਿਹਦੇ ਵਿੱਚ ਆਕਸੀਜਨ ਦੀ ਐਡੀਸ਼ਨ ਹੋਈ, ਇਹਦੇ ਵਿੱਚ, ਕਾਪਰ ਦੇ ਵਿੱਚ। ਸੋ ਇੱਥੋਂ ਆਪਣੇ ਕੋਲ ਕੀ ਆ ਗਿਆ ਕਿ ਆਕਸੀਡੇਸ਼ਨ ਕਿਹਦੀ ਹੋਈ ਆ, ਇਹਦੀ, ਮਤਲਬ ਇਹਦੇ ਨੀਚੇ ਲਿਖ ਦਿਓ ਆਕਸੀਡੇਸ਼ਨ, ਇਹਦੇ ਵਿੱਚ ਕੀ ਲਿਖ ਦਿਓ ਆਕਸੀਡੇਸ਼ਨ। ਹੁਣ ਇਹਦਾ ਜਿਹੜਾ ਸਾਹਮਣੇ ਵਾਲਾ ਉਹਦੇ ਅੱਗੇ ਲਿਖ ਦਿਓ ਇਹਦਾ ਉਲਟਾ, ਯਾਨੀ ਕਿ ਰਿਡਕਸ਼ਨ, ਠੀਕ ਆ। ਹੁਣ ਇੱਕ ਦਾ ਪੁਆਇੰਟ ਇਹ ਹੋ ਗਿਆ ਵੀ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਟ੍ਰਿਕ ਕੀ ਆਪਣੀ, ਕਿ ਸਭ ਤੋਂ ਪਹਿਲਾਂ ਆਪਾਂ ਕੱਢਿਆ ਕਿ ਆਕਸੀਡੇਸ਼ਨ ਕਿਹਦੀ ਹੋਈ ਹੈ, ਆਕਸੀਡੇਸ਼ਨ ਕਿਹਦੀ ਹੋਈ ਆਪਾਂ ਕੱਢ ਲਿਆ, ਕਿਹਦੀ ਹੋਈ, ਕਾਪਰ ਦੀ, ਆਪਾਂ ਨੂੰ ਪਤਾ ਲੱਗ ਗਿਆ। ਜਿਹਦੀ ਆਕਸੀਡੇਸ਼ਨ ਹੋਈ ਉਹ ਤੋਂ ਅਗਲੇ ਦੀ ਕੀ ਹੋਈ ਹੋਣੀ ਹੈ, ਰਿਡਕਸ਼ਨ। ਓਬਵੀਅਸ ਆ, ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ। ਮਤਲਬ ਇੱਕ ਆਕਸੀਡੇਸ਼ਨ ਵਾਲਾ ਕੱਢਿਆ, ਰਿਡਕਸ਼ਨ ਦਾ ਆਪਣੇ ਆਪ ਨੂੰ ਪਤਾ ਲੱਗ ਗਿਆ। ਤੇ ਇੱਕ ਚੀਜ਼ ਇਹ ਯਾਦ ਰੱਖਣੀ ਹੈ ਕਿ ਜਿਹਦੀ ਰਿਡਕਸ਼ਨ ਹੁੰਦੀ ਆ ਆਕਸੀਡਾਈਜ਼ਿੰਗ ਏਜੰਟ ਹੁੰਦਾ, ਇਹਦੇ ਨੀਚੇ ਲਿਖ ਦਿਓ ਆਕਸੀਡਾਈਜ਼ਿੰਗ ਏਜੰਟ, ਤੇ ਇਹਦੇ ਉਲਟੇ ਦੇ ਲਿਖ ਦਿਓ ਨੀਚੇ ਰਿਡਿਊਸਿੰਗ ਏਜੰਟ। ਬਸ ਇਹੀ ਟ੍ਰਿਕ ਹੈ, ਕੋਈ ਤੁਹਾਨੂੰ ਡੈਫੀਨੇਸ਼ਨ ਦੇ ਝੰਜਟ 'ਚ ਪੈਣ ਦੀ ਲੋੜ ਨਹੀਂ, ਕੋਈ ਕੁਝ ਨਹੀਂ ਕਰਨ ਦੀ ਲੋੜ, ਸਿੰਪਲ ਆ। ਉੱਥੇ ਕੁਐਸਚਨ ਦੇ ਵਿੱਚ ਰਿਐਕਸ਼ਨ ਦਿੱਤੀ ਹੋਣੀ ਹੈ, ਠੀਕ ਆ। ਉਹ ਰਿਐਕਸ਼ਨ ਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾਣਾ ਹੈ, ਰਿਐਕਸ਼ਨ ਦਿੱਤੀ ਹੋਣੀ, ਪੁੱਛਣਾ ਕਿ ਆਕਸੀਡੇਸ਼ਨ ਦੀ ਸਾਈਟ ਦੱਸੋ, ਰਿਡਕਸ਼ਨ ਦੀ ਸਾਈਟ ਦੱਸੋ, ਠੀਕ ਹੈ। ਆਪਣੇ ਕੋਲ ਰਿਡਿਊਸਿੰਗ ਏਜੰਟ ਕਿਹੜਾ ਆ ਤੇ ਆਕਸੀਡਾਈਜ਼ਿੰਗ ਏਜੰਟ ਕਿਹੜਾ। ਤੁਸੀਂ ਕੀ ਕਰਨਾ, ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਆਕਸੀਡੇਸ਼ਨ ਕਿਹਦੀ ਹੋ ਰਹੀ, ਮਤਲਬ ਆਕਸੀਜਨ ਕਿਹਦੇ ਵਿੱਚ ਐਡ ਹੋ ਰਹੀ, ਜਿਹਦੇ ਵਿੱਚ ਆਕਸੀਜਨ ਐਡ ਹੋ ਰਹੀ ਆ ਉਹਦੇ ਨੀਚੇ ਲਿਖ ਦਿਓ ਵੀ ਇਹਦੀ ਆਕਸੀਡੇਸ਼ਨ ਹੋ ਰਹੀ ਹੈ, ਠੀਕ ਆ। ਉਹਦਾ ਜਿਹੜਾ ਅਪੋਜ਼ਿਟ, ਜਿਹੜਾ ਉਹਦੇ ਲਾਗੇ ਕੋਈ ਹੋਰ ਕੈਮੀਕਲ ਆ, ਉਹਦੀ ਰਿਡਕਸ਼ਨ ਹੋ ਰਹੀ ਹੈ, ਠੀਕ ਹੈ, ਉਹਦਾ ਉਲਟਾ ਲਿਖ ਦੇਣਾ ਬਾਅਦ। ਤੇ ਜਿਹਦੀ ਰਿਡਕਸ਼ਨ ਹੁੰਦੀ ਉਹਦੀ ਉਹ ਆਕਸੀਡਾਈਜ਼ਿੰਗ ਏਜੰਟ ਹੁੰਦਾ। ਇਹ ਚੀਜ਼ ਯਾਦ ਰੱਖਣੀ ਹੈ, ਸਭ ਤੋਂ ਪਹਿਲੀ ਚੀਜ਼ ਯਾਦ ਰੱਖਣੀ ਵੀ ਆਕਸੀਡੇਸ਼ਨ ਕਿਹਦੀ ਹੋ ਰਹੀ ਉਹ ਕੱਢ ਲਿਆ, ਜਿਹਦੀ ਆਕਸੀਡੇਸ਼ਨ ਹੋ ਰਹੀ ਉਹਦੇ ਦੂਜੇ ਦੀ ਕੀ ਹੋਣੀ, ਰਿਡਕਸ਼ਨ, ਉਹ ਤਾਂ ਪਤਾ ਲੱਗ ਗਿਆ। ਹੁਣ ਜਿਹਦੀ ਰਿਡਕਸ਼ਨ ਹੋ ਰਹੀ ਉਹ ਕੀ ਹੁੰਦਾ, ਆਕਸੀਡਾਈਜ਼ਿੰਗ ਏਜੰਟ ਹੁੰਦਾ। ਮਤਲਬ ਇਹ ਚੀਜ਼ ਯਾਦ ਰੱਖਣੀ, ਜਿਹਦੀ ਰਿਡਕਸ਼ਨ ਹੁੰਦੀ ਉਹ ਆਕਸੀਡਾਈਜ਼ਿੰਗ ਏਜੰਟ ਹੁੰਦਾ, ਤੇ ਜਿਹੜਾ ਆਕਸੀਡਾਈਜ਼ਿੰਗ ਏਜੰਟ ਆ ਉਹਦੇ ਉਲਟੇ ਦਾ ਕੀ ਲਿਖ ਦਿਓ, ਰਿਡਿਊਸਿੰਗ ਏਜੰਟ, ਠੀਕ ਹੈ ਨਾ। ਫਿਰ ਇੱਕ ਵਾਰੀ ਫਿਰ ਆਪਾਂ ਇਹ ਕਰ ਲਾਂਗੇ, ਕੋਈ ਚੱਕਰ ਨਹੀਂ, ਠੀਕ ਆ। ਅਗਲੀ ਗੱਲ ਉਹਨੇ ਕਿਹਾ ਹਾਈਡਰੋਜਨ ਪਲੱਸ F2 HF, ਸੌਰੀ ਇੱਥੇ ਦੇਖਦੇ ਹਾਂ, ਜਦੋਂ ਕਲਾਸ ਓਵਰ ਹੋ ਜੇ ਨਾ, ਕਿ ਇਹਦੀ ਬੰਦ ਹੋ ਜਾਂਦੀ ਵਿੱਚੋਂ, ਟਾਈਮ ਲਿਮਿਟ ਖਤਮ ਹੋ ਗਈ ਇਹਦੀ, ਦੁਬਾਰਾ ਜੁਆਇਨ ਕਰ ਲਿਆ ਕਰੋ, ਠੀਕ ਹੈ। ਹਾਈਡਰੋਜਨ ਤੇ ਆਪਣੇ ਕੋਲ ਦਿੱਤੀ ਹੈ ਇਹਨਾਂ ਨੇ H2 ਪਲੱਸ F2 ਤੇ ਕੀ ਬਣਿਆ HF। ਹੁਣ ਇਹਨਾਂ ਨੇ ਹਾਈਡਰੋਜਨ ਦੀ ਟਰਮਸ ਦੇ ਵਿੱਚ ਪੁੱਛ ਲਿਆ, ਅੱਗੇ ਆਕਸੀਜਨ ਦੀ ਟਰਮਸ ਸੀ ਨਾ, ਹੁਣ ਆਪਾਂ ਹਾਈਡਰੋਜਨ ਵਾਲੀਆਂ ਡੈਫੀਨੇਸ਼ਨਸ 'ਤੇ ਆ ਜਾਣਾ। ਹਾਈਡਰੋਜਨ ਦੇ ਵਿੱਚ ਆਕਸੀਡੇਸ਼ਨ ਕੀ ਸੀ, ਰਿਮੂਵਲ ਆਫ ਹਾਈਡਰੋਜਨ, ਜਿਹਦੇ ਵਿੱਚ ਹਾਈਡਰੋਜਨ ਰਿਮੂਵ ਹੁੰਦੀ ਆ ਉਹਦੀ ਕੀ ਹੁੰਦੀ ਆ, ਚਲੋ ਤੁਸੀਂ ਐਡੀਸ਼ਨ ਵਾਲਾ ਹੀ ਚੱਲੋ। ਤੁਹਾਨੂੰ ਪਤਾ ਨਾ ਕਿ ਹਾਈਡਰੋਜਨ ਜਿੱਥੇ ਐਡ ਹੁੰਦੀ ਉਹ ਕੀ ਹੁੰਦੀ ਆ, ਰਿਡਕਸ਼ਨ। ਹੁਣ ਵੇਖੋ ਹਾਈਡਰੋਜਨ ਕਿਹਦੇ ਵਿੱਚ ਐਡ ਹੋ ਰਹੀ ਹੈ, ਇਹਦੇ ਵਿੱਚ, F ਦੇ ਵਿੱਚ ਹਾਈਡਰੋਜਨ ਐਡ ਹੋਈ ਤਾਂ ਹੀ ਤਾਂ ਇਹਦੇ ਨਾਲ ਹਾਈਡਰੋਜਨ ਲੱਗੀ ਹੈ। ਸੋ ਇਹਦਾ ਮਤਲਬ ਇਹਦੀ ਕੀ ਹੋਈ, ਰਿਡਕਸ਼ਨ। ਹੁਣ ਜਿਹਦੀ ਰਿਡਕਸ਼ਨ ਹੋਈ ਉਹਦੇ ਅਪੋਜ਼ਿਟ ਵਾਲੇ ਦੀ ਕੀ ਹੋਈ ਹੋਣੀ ਹੈ, ਆਕਸੀਡੇਸ਼ਨ। ਤੇ ਮੈਂ ਤੁਹਾਨੂੰ ਦੱਸਿਆ ਜਿਹਦੀ ਰਿਡਕਸ਼ਨ ਹੁੰਦੀ ਆ ਉਹ ਕੀ ਹੁੰਦਾ ਆ, ਆਕਸੀਡਾਈਜ਼ਿੰਗ ਏਜੰਟ, ਜਿਹਦੀ ਆਕਸੀਡੇਸ਼ਨ ਹੋਈ ਉਹ ਕੀ ਹੋ ਗਿਆ, ਰਿਡਿਊਸਿੰਗ ਏਜੰਟ। ਸਿੰਪਲ, ਇਹ ਤੋਂ ਆਸਾਨ ਤਾਂ ਕੁਝ ਹੋਰ ਨਹੀਂ ਨਾ ਹੋ ਸਕਦਾ ਹੈਗਾ। ਚਲੋ ਅੱਗੇ
ਇਹ ਵਾਲਾ ਟੌਪਿਕ ਨਾ ਆਪਾਂ ਚਲੋ ਕਰ ਹੀ ਲੈਂਦੇ, ਚਲੋ ਖਿੱਚੀਏ ਕੰਮ ਇਹਨੂੰ। ਮੈਂ ਕਹਿੰਦਾ ਇੱਕ ਵਾਰੀ ਨਾ ਮੈਂ ਨਾ ਕਲਾਸ ਐਂਡ ਕਰਦਾ, ਠੀਕ ਹੈ। ਕਲਾਸ ਐਂਡ ਕਰਨ ਤੋਂ ਬਾਅਦ ਆਪਾਂ ਫਿਰ ਜੁਆਇਨ ਕਰਿਓ ਕਲਾਸ, ਅਤੇ ਉਹਦੇ ਵਿੱਚ ਆਪਾਂ ਇਹ ਟੌਪਿਕ ਸਟੱਡੀ ਕਰਦੇ ਹਾਂ, ਠੀਕ ਹੈ ਨਾ। ਹੁਣੇ ਐਂਡ ਕਰਕੇ ਹੁਣੇ ਜੁਆਇਨ ਕਰ ਲਓ, ਮੈਂ ਹੁਣੇ ਰੀਸਟਾਰਟ ਕਰ ਦੇਣੀ, ਟਾਈਮ ਨਹੀਂ ਲਗਾਉਣਾ ਹੈਗਾ, ਠੀਕ ਹੈ। ਸੋ ਆ ਜਾਓ ਦੁਬਾਰਾ।